ਅਸੀਂ ਸੁਣਿਆ ਸੀ ਕਿ ਤੁਸੀਂ ਜਾਨੀ ਦੇ ਬੀ ਪ੍ਰਾਕ ਦੇ ਨਾਲ ਡੈਬਿਊ ਕਰਨ ਲੱਗੇ ਹੋ ਆਪਣੇ ਗਾਣੇ। ਮੈਂ ਜਾ ਰਹੀ ਸੀਗੀ, ਹਰ ਟਾਈਮ ਤੇ ਬੁਲਾਇਆ ਜਾ ਰਿਹਾ ਸੀਗਾ, ਮੇਰੇ ਟਾਈਮ ਦੀ ਕਦਰ ਨਹੀਂ ਸੀ ਹੋ ਰਹੀ। 8-9 ਮਹੀਨੇ ਥੋੜੇ ਬਰਬਾਦ ਕੀਤੇ ਗਏ ਹੁੰਦੇ ਨੇ। ਕਿਸੇ ਬਹੁਤ ਨਾਮੀ ਫੀਮੇਲ ਸਿੰਗਰ ਨੇ ਮੈਨੂੰ ਇਹ ਗੱਲ ਬੋਲੀ ਕਿ ਮਾਡਲ ਹੁੰਦੀ ਹੈ, ਸਿੰਗਰ ਹੁੰਦੀ ਹੈ। ਮੈਂ ਬਹੁਤ ਖੁੰਦਕੀ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸੌਣ ਲੱਗੇ ਹੁਣ ਤੱਕ ਇੱਕ ਵੀ ਪੈਸਾ ਨਹੀਂ ਲੱਗਿਆ। ਇੱਕ ਪੁਆਇੰਟ ਤੇ ਆ ਕੇ ਹਤਾਸ਼ ਨਹੀਂ ਹੋ ਗਈ ਸੀ, ਨਹੀਂ ਮੈਂ ਗਾਣਾ ਕਰਨਾ ਹੀ ਨਹੀਂ ਹੈ। ਜਿਹੜੇ ਡਾਇਰੈਕਟਰ ਬੋਲ ਰਹੇ ਨੇ ਉਹ ਪ੍ਰੋਡਕਸ਼ਨ ਹਾਊਸਿਸ ਡਾਇਰੈਕਟਰ ਜਾਂ ਸਿੰਗਰਸ ਲਈ ਵੀ ਓਵਰ ਯੂਜ਼ਡ ਨੇ। ਸੋ ਫਿਰ ਆਈ ਥਿੰਕ ਉਹਨਾਂ ਕੰਪਨੀਜ਼ ਨੂੰ ਵੀ ਨਵੇਂ ਡਾਇਰੈਕਟਰ ਦੇਖਣੇ ਚਾਹੀਦੇ ਔਰ ਮੌਕਾ ਦੇਣਾ ਚਾਹੀਦਾ। ਕਿਸੇ ਦਾ ਫਾਇਦਾ ਮੇਰਾ ਨੁਕਸਾਨ, ਮੈਨੂੰ ਅੱਜ ਉਹ ਫਾਇਦਾ ਕਰਾ ਗਿਆ। ਸਿੰਗਰ ਓਰੀਐਂਟਡ ਸਟੇਜ। ਸੋ ਮੈਂ ਤਾਂ ਸਮ ਟਾਈਮ ਇਹ ਸੋਚਦੀ ਮਿਊਜ਼ਿਕ ਐਂਡ ਫਿਲਮ ਅਵਾਰਡ ਇਕੱਠੇ ਕਰਾ ਦੇਣੇ ਚਾਹੀਦੇ ਨੇ। ਮੇਰੇ ਮਾਈਂਡ 'ਚ ਇਹ ਵੀ ਸੀਗਾ ਕਿ ਮੈਂ ਬਹੁਤ ਜਾਣਿਆਂ ਨੂੰ ਜਵਾਬ ਵੀ ਦੇਣਾ। ਨਿਊ ਸਿੰਗਰ ਪਤਾ ਨਹੀਂ ਕਿਵੇਂ ਸਰਵਾਈਵ ਕਰਦਾ। ਕਈਆਂ ਨੇ ਮੇਰਾ ਕੰਮ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਕਈਆਂ ਨੇ ਮੈਨੂੰ ਸੋਸ਼ਲ ਮੀਡੀਆ ਤੇ ਤੰਗ ਕੀਤਾ। ਜਦ ਤੱਕ ਕੁੜੀ ਦੀ ਮਰਜ਼ੀ ਨਹੀਂ ਹੈਗੀ ਉਦ ਤੱਕ ਕੁਝ ਨਹੀਂ ਹੋ ਸਕਦਾ। 5-5 6-6 ਲੱਖ ਰੁਪਇਆ ਇੱਕ ਆਰਟਿਸਟ ਵਿਊਜ਼ ਤੇ ਲਗਾ ਰਿਹਾ। ਪਹਿਲੇ ਤੁਸੀਂ ਕਿਹੜਾ ਕਿਸੇ ਦੇ ਚਲਾਇਆ ਤੇ ਚੱਲਦੇ ਸੀ। ਦਿਲ ਐਰੇ ਗਹਿਰੇ ਤੇ ਹਰ ਦਿਨ ਮਾੜੀ ਗੱਲ ਕਿਸੇ ਦੀ ਜਰਦੀ ਨਾ। ਉਮਰਾਂ ਦੇ ਮੈਂ ਵਾਅਦੇ ਕਰਨੇ, ਟਾਈਮ ਪਾਸ ਮੈਂ ਕਰਦੀ ਨਾ। ਰਹਿ ਵੰਜਰਾ ਇੱਕ ਦਿਲ ਵਿੱਚ ਤੂੰ ਸੌ ਚੱਕਦੇ ਆ ਮੈਂ ਮੁੰਡਿਆ ਵੇ। ਹਾਈ ਹੀਲ ਤੇ ਹਾਈ ਸਟੈਂਡਰਡ ਰੱਖਦੀ ਆ ਮੈਂ ਮੁੰਡਿਆ ਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਲੀਨ ਕੌਰ, ਤੁਸੀਂ ਦੇਖ ਰਹੇ ਹੋ ਕੈਂਟ ਪੰਜਾਬ। ਤੇ ਹੁਣ ਬਣ ਗਈ ਹੈ ਹਿਮਾਂਸ਼ੀ ਖੁਰਾਨਾ ਵੀ ਸਿੰਗਰ, ਮੋਡਲ ਟਰਨਡ ਐਕਟਰੈਸ ਟਰਨਡ ਸਿੰਗਰ। ਇਹਨਾਂ ਨੂੰ ਤੁਸੀਂ ਪੰਜਾਬੀ ਮਿਊਜ਼ਿਕ ਫੈਸਟੀਵਲਸ ਦੇ ਵਿੱਚ ਵੀ ਪਰਫਾਰਮ ਕਰਦੇ ਦੇਖਿਆ ਹੈ। ਤੇ ਸਾਡਾ ਥੋੜਾ ਕਨਫਿਊਜ਼ਨ ਇੱਥੇ ਇਹ ਸੀ ਕਿ ਅਸੀਂ ਸੁਣਿਆ ਸੀ ਜਾਨੀ ਦੇ ਬੀ ਪ੍ਰਾਕ ਦੇ ਨਾਲ ਇਹਨਾਂ ਦਾ ਡੈਬਿਊ ਟਰੈਕ ਆਏਗਾ। ਦੂਜੀ ਗੱਲ ਇਹ ਹੈਗੀ ਹੈ ਕਿ ਹਿਮਾਂਸ਼ੀ ਖੁਰਾਨਾ ਸਾਈਨ ਹੈਗੀ ਹੈ ਕਿਸੇ ਹੋਰ ਰੈਕਡ ਲੇਬਲ ਦੇ ਨਾਲ, ਤੇ ਗਾਣਾ ਇਹਨਾਂ ਦਾ ਪ੍ਰੋਡਿਊਸ ਕੀਤਾ ਤੇ ਲਾਂਚ ਕੀਤਾ ਹੈ ਬੰਟੀ ਬੈਂਸਰਾ ਨੇ। ਹੋਰ ਵੀ ਬੜੇ ਸਾਰੇ ਸਵਾਲ ਹੈਗੇ ਨੇ ਸਾਡੇ ਜ਼ਿਹਨ ਦੇ ਵਿੱਚ। ਆਓ ਕਰੀਏ ਗੱਲਬਾਤ ਹਿਮਾਂਸ਼ੀ ਖੁਰਾਨਾ ਦੇ ਨਾਲ ਤੇ ਪੁੱਛੀਏ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ। ਵੈਲਕਮ ਟੂ ਕੈਂਟ ਪੰਜਾਬ ਹਿਮਾਂਸ਼ੀ। ਥੈਂਕ ਯੂ ਸੋ ਮਚ ਐਂਡ ਕੰਗ੍ਰੈਚੁਲੇਸ਼ਨਸ। ਥੈਂਕ ਯੂ। ਲਾਸਟ ਈਅਰ ਤੋਂ ਅਸੀਂ ਸੁਣ ਰਹੇ ਹਾਂ ਹਿਮਾਂਸ਼ੀ ਦਾ ਗਾਣਾ ਆਉਣ ਲੱਗਾ, ਹਿਮਾਂਸ਼ੀ ਦਾ ਗਾਣਾ ਆਉਣ ਲੱਗਿਆ। ਫਾਈਨਲੀ 2018 ਦੇ ਵਿੱਚ ਤੁਹਾਡਾ ਗਾਣਾ ਆਇਆ ਹਾਈ ਸਟੈਂਡਰਡ। ਹਾਂਜੀ, ਇਹ ਟਾਈਟਲ ਕਿਉਂ ਚੂਜ਼ ਕੀਤਾ? ਹਾਈ ਸਟੈਂਡਰਡ ਲਾਈਕ ਮੋਰ ਦੈਨ 15 ਸੌਂਗ ਸੀਗੇ ਜਿਹੜੇ ਮਤਲਬ ਮੇਰੇ ਕੋਲੇ ਆਏ ਜੀ। ਬਟ ਕਾਫੀ ਜਿੱਦਾਂ ਇੱਦਾਂ ਸੀਗੇ ਕਿ ਆਡੀਅੰਸ ਦੇ ਅਗੇਂਸਟ ਜਾਂ ਕੁਝ ਪੁਰਾਣੇ ਆਥਰਸ ਨੇ ਜਿਹੜੇ ਆਪਣੇ ਹਨਾ, ਉਹਨਾਂ ਦੀ ਵਰਡਿੰਗਸ ਨੂੰ ਤੋੜ ਮਰੋੜ ਕੇ ਉਹਨੂੰ ਕਮਰਸ਼ੀਅਲੀ ਹਿੱਟ ਔਰ ਨੈਗੇਟਿਵ ਪਬਲਿਸਿਟੀ ਲਈ ਬਣਾਇਆ ਗਿਆ। ਸੋ ਫਿਰ ਉਹ ਮਤਲਬ ਇੱਕ ਰਿਸਪੌਂਸਿਬਲ ਆਰਟਿਸਟ ਦੇ ਤੌਰ ਤੇ ਉਹ ਚੀਜ਼ ਮੈਨੂੰ ਸਹੀ ਨਹੀਂ ਲੱਗੀ। ਤੇ ਮੈਂ ਉਹ ਗਾਣਾ 2-3 ਵਾਰ ਡੱਬ ਹੋਇਆ ਬਟ ਉਹ ਕਿਤੇ ਨਾ ਕਿਤੇ ਸੈਟਿਸਫੈਕਸ਼ਨ ਨਹੀਂ ਸੀ ਦੇ ਰਹੀ, ਤਾਂ ਫਿਰ ਮੈਂ ਉਹ ਡ੍ਰੌਪ ਕਰਤਾ। ਅਸੀਂ ਸੁਣਿਆ ਸੀ ਕਿ ਤੁਸੀਂ ਜਾਨੀ ਦੇ ਬੀ ਪ੍ਰਾਕ ਦੇ ਨਾਲ ਡੈਬਿਊ ਕਰਨ ਲੱਗੇ ਹੋ ਆਪਣੇ ਗਾਣੇ ਦਾ। ਹਾਂਜੀ, ਮੈਂ ਕਰ ਰਹੀ ਸੀਗੀ ਕਿਉਂਕਿ ਉਹ ਮੇਰੇ ਫਰੈਂਡਸ ਸੀਗੇ। ਬਟ ਜਦੋਂ ਮੈਂ ਜਾਨੀ ਦੇ ਥਰੂ ਹੀ ਸਾਈਨ ਹੋਈ ਸੀਗੀ ਇੱਕ ਕੰਪਨੀ ਦੇ ਨਾਲ। ਤੇ ਬਟ ਥੋੜ੍ਹਾ ਇਹ ਹੋ ਜਾਂਦਾ ਹੈ ਕਿ ਇੱਕ ਪੁਆਇੰਟ 'ਤੇ ਆ ਕੇ ਮੈਂ ਮਤਲਬ ਮੇਰੇ ਟਾਈਮ ਦੀ ਕਦਰ ਨਹੀਂ ਸੀ ਹੋ ਰਹੀ ਬਿਕਾਜ਼ ਆਈ ਵਾਜ਼ ਪ੍ਰੋਪਰਲੀ ਪ੍ਰੋਫੈਸ਼ਨਲ। ਮੈਂ ਜਾ ਰਹੀ ਸੀਗੀ, ਹਰ ਟਾਈਮ 'ਤੇ ਬੁਲਾਇਆ ਜਾ ਰਿਹਾ ਸੀਗਾ ਬਟ ਮੇ ਬੀ ਉਹ ਕੁਛ ਜ਼ਿਆਦਾ ਬਿਜ਼ੀ ਸੀਗੇ। ਸੋ ਇੱਕ ਪੁਆਇੰਟ 'ਤੇ ਆ ਕੇ ਮੈਨੂੰ ਲੱਗਿਆ ਕਿ ਮੈਨੂੰ ਬੈਕ ਆਫ ਕਰ ਲੈਣਾ ਚਾਹੀਦਾ। ਫਿਰ ਮੈਂ ਬੈਕ ਆਫ ਕਰ ਲਿਆ। ਮੈਂ ਮਤਲਬ ਉਸ ਡੀਲ ਨੂੰ ਹੀ ਖ਼ਤਮ ਕਰਤਾ ਔਰ ਫਰੋਮ ਦੈਟ ਪੁਆਇੰਟ ਫਰਸਟ੍ਰੇਸ਼ਨ ਇੰਨੀ ਵੱਧ ਗਈ ਕਿ ਲਾਈਕ ਮੈਂ ਐਜ਼ ਅ ਇੰਡੀਵਿਜੂਅਲ ਹੀ ਆਪਣੇ ਆਪ ਨੂੰ ਸਟੈਂਡ ਕਰਨਾ, ਜੋ ਮੈਂ ਸ਼ੁਰੂ ਤੋਂ ਕਰਦੀ ਆਈ ਹਾਂ। ਸਿਰਫ 8-9 ਮੰਥ ਲਈ ਮੈਨੂੰ ਇਹ ਹੋ ਗਿਆ ਕਿ ਨਹੀਂ ਇੱਕ ਸ਼ਾਇਦ ਮੇ ਬੀ ਕੁੜੀ ਨੂੰ ਇੱਕ ਸਾਹਮਣੇ ਟੀਮ ਦੀ ਜ਼ਰੂਰਤ ਹੈ ਜਾਂ ਅੱਛੀ ਟੀਮ ਦੀ ਜ਼ਰੂਰਤ ਹੈ। ਬਟ ਥੋੜ੍ਹੀ ਦੇਰ ਬਾਅਦ ਜਦੋਂ ਮੇਰੇ ਫਰੈਂਡਸ ਨੇ ਜਾਂ ਮੇਰੀ ਟੀਮ ਨੇ ਮੈਨੂੰ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਅੱਜ ਤੱਕ ਤੁਹਾਨੂੰ ਕੋਈ ਐਸਾ ਬੰਦਾ ਨਹੀਂ ਜਿਹਨੇ ਤੁਹਾਨੂੰ ਚਲਾਇਆ, ਤੁਸੀਂ ਆਪਣੇ ਆਪ ਨੂੰ ਆਪ ਹੀ ਸਟੈਂਡ ਕੀਤਾ। ਅਤੇ ਫਿਰ ਮੈਂ ਮਤਲਬ ਉਸ ਓਬਵੀਅਸਲੀ ਫਿਰ ਐਜ਼ ਇੰਡੀਵਿਜੂਅਲ ਆਪਣੇ ਸਭ ਕੁਛ ਆਪ ਕੀਤਾ, ਗਾਣਾ ਚੂਜ਼ ਕੀਤਾ। ਰੈਪ ਕੋਲੇ ਮਤਲਬ ਉਹਨਾਂ ਨੇ ਮੈਨੂੰ ਕੋਂਟੈਕਟ ਕੀਤਾ ਕਿ ਆਪਾਂ ਗਾਣਾ ਕਰਦੇ ਹਾਂ। ਅਤੇ ਮਤਲਬ ਉਹਨਾਂ ਨਾਲ ਡੀਲ ਖਤਮ ਕਰਨ ਤੋਂ ਪਹਿਲਾਂ ਮੈਂ ਗਾਣਾ ਕਰ ਚੁੱਕੀ ਸੀ ਰੈਪ ਦੇ ਨਾਲ। ਮੈਨੂੰ ਇਹ ਸੀਗਾ ਕਿ ਮੈਨੂੰ ਇੱਕ ਕਲੀਨ ਪ੍ਰੋਜੈਕਟ ਚਾਹੀਦਾ ਜੋ ਮੂੰਹ 'ਤੇ ਚੜ੍ਹੇ ਅਤੇ ਕਮਰਸ਼ੀਅਲ ਵੀ ਹੋਵੇ, ਜੋ ਕਿ ਮਤਲਬ ਇੱਦਾਂ ਨਾ ਹੋਵੇ ਕਿਉਂਕਿ ਮੇਰੀ ਆਵਾਜ਼ ਬਹੁਤ ਜ਼ਿਆਦਾ ਸੌਫਟ ਆ। ਸੋ ਮੈਂ ਚਾਹੁੰਦੀ ਸੀ ਕਿ ਕਮਰਸ਼ੀਅਲ ਹੀ ਹੋਵੇ ਜਿਹੜਾ ਮਤਲਬ ਮੈਨੂੰ ਐਜ਼ ਇੰਡੀਵਿਜੂਅਲ ਆਰਟਿਸਟ ਖੜਾ ਕਰ ਸਕੇ। ਤੋ ਮੈਂ ਉਹਨਾਂ ਨਾਲ ਗਾਣਾ ਕੀਤਾ ਅਤੇ ਦਿਲਜੀਤ ਜੀ ਨੇ ਉਹਨਾਂ ਤੋਂ ਬਾਅਦ ਕੀਤਾ ਬਟ ਉਹਨਾਂ ਦਾ ਪਹਿਲੇ ਰਿਲੀਜ਼ ਹੋ ਗਿਆ। ਹਾਂਜੀ, ਉਹਨਾਂ ਦਾ ਪਹਿਲੇ ਰਿਲੀਜ਼ ਹੋ ਗਿਆ ਅਤੇ ਫਾਈਨਲੀ ਫਿਰ ਪ੍ਰੋਬਲਮਸ ਬਹੁਤ ਆਈਆਂ। ਲਾਈਕ ਮੈਂ ਜੇ ਕਹਾਂ ਕਿ ਇੱਕ ਨਿਊ ਆਰਟਿਸਟ ਜਾਂ ਨਿਊ ਸਿੰਗਰ ਪਤਾ ਨਹੀਂ ਕਿਵੇਂ ਸਰਵਾਈਵ ਕਰਦਾ, ਬਟ ਅਗਰ ਮੈਂ ਆਲਰੇਡੀ ਮਾਰਕੀਟ ਦੇ ਵਿੱਚ ਬੈਠੀ ਸੀ ਔਰ ਇੰਨੇ ਫੈਨਸ ਦੇ ਅਗਰ ਤੁਹਾਨੂੰ ਇੰਨੇ ਫੈਨਸ ਫੋਲੋ ਕਰਦੇ ਆ, ਅਗਰ ਤੁਹਾਡਾ ਨਾਮ ਹੈ ਥੋੜ੍ਹਾ ਬਹੁਤਾ, ਸਟਿਲ ਮੈਨੂੰ ਇੰਨੀ ਪ੍ਰੋਬਲਮ ਆਈ ਡੋਂਟ ਨੋ ਕਿ ਨਵੇਂ ਸਿੰਗਰਸ ਨਾਲ ਕੀ ਹੁੰਦਾ ਹੋਊਗਾ। ਸੋ ਨਾਓ ਆਈ ਕੇਮ ਟੂ ਨੋ, ਮੈਨੂੰ ਹੁਣ ਪਤਾ ਚੱਲਿਆ ਕਿ ਇੱਕ ਆਰਟਿਸਟ ਜਿਹੜਾ ਆ ਉਹ
ਪਤਾ ਨਹੀਂ ਕਿੱਦਾਂ ਪ੍ਰੋਜੈਕਟ ਪੂਰਾ ਕਰਦਾ ਹੈ, ਔਰ ਬਾਅਦ ਦੇ ਵਿੱਚ ਫਿਰ ਆਡੀਅנס ਵੱਲੋਂ ਵੀ ਉਹਨਾਂ ਨੂੰ ਨੈਗੇਟਿਵਲੀ ਕਈ ਵਾਰੀ ਗਾਲਾਂ ਪੈਂਦੀਆਂ ਨੇ। ਸੋ ਫਿਰ ਮੈਂ ਉਹਨਾਂ ਦੇ ਸਟੇਟ ਆਫ ਮਾਈਂਡ ਸਮਝ ਸਕਦੀ ਹਾਂ ਕਿ ਬਹੁਤ ਮੁਸ਼ਕਿਲ ਹੁੰਦੀ ਹੈ, ਹਰ ਪਾਸਿਓਂ ਆਰਟਿਸਟ ਨੂੰ ਪ੍ਰੋਬਲਮ ਆਉਂਦੀ ਹੈ ਜੀ। ਸੋ ਤਾਂ ਹੀ ਤੁਸੀਂ ਬੰਟੀ ਬੈਂਸ ਉਹਨਾਂ ਦੇ ਨਾਲ ਗਾਣਾ ਰਿਲੀਜ਼ ਕੀਤਾ? ਉਹ ਤਾਂ ਸਬੱਬ ਇੱਕੋਦਮ ਇੱਦਾਂ ਬਣ ਗਿਆ, ਕੋਈ ਮੇਰੇ ਚਿੱਤੇ ਵੀ ਨਹੀਂ ਸੀ, ਦਿਮਾਗ 'ਚ ਵੀ ਨਹੀਂ ਸੀ ਇਹੋ ਜਿਹੀ ਗੱਲ, ਕਿਉਂਕਿ ਮੈਂ ਜਦੋਂ ਪਹਿਲੇ ਗਾਣਾ ਕੀਤਾ ਫਿਰ ਇੱਕ ਕੰਪਨੀ ਦੇ ਨਾਲ ਮੇਰਾ ਟੀ ਸੀਰੀਜ਼ ਨਾਲ ਵੀ ਗੱਲ ਚੱਲ ਰਹੀ ਸੀਗੀ, ਬਟ ਇੱਕ ਪੁਆਇੰਟ ਤੇ ਆ ਕੇ ਹਤਾਸ਼ ਇੰਨੀ ਹੋ ਗਈ ਸੀ, ਨਹੀਂ ਮੈਂ ਗਾਣਾ ਕਰਨਾ ਹੀ ਨਹੀਂ ਹੈ। ਬਟ ਸਟਿਲ ਮੇਰੇ ਫਰੈਂਡਸ ਜਾਂ ਜਿਹੜੇ ਮੈਨੂੰ ਸਪੋਰਟ ਕਰਦੇ ਸੀ ਉਹਨਾਂ ਨੇ ਮੈਨੂੰ ਬੋਲਿਆ ਕਿ ਤੁਹਾਨੂੰ ਨਹੀਂ ਇੱਦਾਂ ਫੀਲ ਕਰਨਾ ਚਾਹੀਦਾ, ਲਾਈਕ ਪਹਿਲੇ ਤੁਸੀਂ ਕਿਹੜਾ ਕਿਸੇ ਦੇ ਚਲਾਏ ਤੇ ਚੱਲਦੇ ਸੀਗੇ, ਮਤਲਬ ਇੱਕ ਐਜ਼ ਐ ਫੀਮੇਲ ਤੁਸੀਂ ਇਹ ਫੀਲ ਕਰਨ ਲੱਗ ਜਾਂਦੇ ਸ਼ਾਇਦ ਤੁਹਾਨੂੰ ਬੰਦਿਆਂ ਦੀ ਟੀਮ ਦੀ ਜ਼ਰੂਰਤ ਹੈ, ਜਾਂ ਤੁਹਾਨੂੰ ਉਹਨਾਂ ਤੋਂ ਬਿਨਾਂ ਤੁਸੀਂ ਚੱਲ ਨਹੀਂ ਸਕਦੇ, ਜਾਂ ਮੇਬੀ ਸ਼ਾਇਦ ਅਗਰ ਕੋਈ ਹਿੱਟ ਚੱਲ ਰਿਹਾ ਤਾਂ ਤੁਸੀਂ ਸਿਰਫ ਉਹਦੇ ਨਾਲ ਇੱਦਾਂ ਸਿੰਗਰ ਕਹਿ ਕੇ ਜਾਂ ਸਿੰਗਰ ਉਹਨਾਂ ਨਾਲ ਕੋਆਰਡੀਨੇਟ ਕਰਕੇ ਆਪਣੀ ਓਰੀਜਨੈਲਿਟੀ ਖਤਮ ਕਰ ਰਿਹਾ, ਬਿਕੋਜ਼ ਉਹ ਉਹਨਾਂ ਦੇ ਤਰੀਕੇ ਨਾਲ ਚੱਲ ਰਿਹਾ। ਸੋ ਮੈਨੂੰ ਇੱਕ ਜਦੋਂ 2-3 ਮਹੀਨੇ ਮੈਨੂੰ ਥੋੜਾ ਅਪਸੈਟ ਲੱਗਿਆ, ਮੈਨੂੰ ਲੱਗਿਆ ਕਿ ਸ਼ਾਇਦ ਜਿਵੇਂ ਸਭ ਕੁਝ ਖਤਮ ਹੋ ਗਿਆ, ਬਿਕਾਜ਼ 8-9 ਮਹੀਨੇ ਥੋੜੇ ਬਰਬਾਦ ਕੀਤੇ ਗਏ ਹੁੰਦੇ ਨੇ। ਬਟ ਆਫਟਰ ਦੈਟ ਜਿਹੜਾ ਇੱਕੋਦਮ ਵਿੱਚ ਅੰਦਰੋਂ ਤੁਹਾਡੇ ਜੋਸ਼ ਆਉਂਦਾ ਹੈ ਨਾ ਕਿ ਨਹੀਂ, ਮੈਂ ਜਦੋਂ ਹੌਲੀ ਹੌਲੀ ਗਾਣਾ ਹੋਇਆ ਫਿਰ ਮੈਨੂੰ ਇੱਕ ਕੰਪਨੀ ਮਿਲੀ ਜਿਨ੍ਹਾਂ ਨੇ ਪੈਸੇ ਲਗਾਏ, ਬਟ ਆਫਟਰ ਦੈਟ ਥੋੜਾ ਹੋ ਰਿਹਾ ਸੀਗਾ ਕਿ ਪ੍ਰੋਬਲਮ ਆ ਰਹੀ ਸੀਗੀ ਉਹਨਾਂ ਦੇ ਨਾਲ, ਮੈਂ ਉਹਨਾਂ ਦੇ ਪੈਸੇ ਉਹਨਾਂ ਨੂੰ ਵਾਪਸ ਕੀਤੇ, ਫਿਰ ਉਹ ਪ੍ਰੋਜੈਕਟ ਉਹਨਾਂ ਤੋਂ ਲਿਆ। ਫਿਰ ਮੇਰੇ ਇੱਕ ਕਾਮਨ ਫਰੈਂਡ ਨੇ ਜਿਹੜੇ ਬੰਟੀ ਜੀ ਦੇ, ਔਰ ਮੇਰੇ ਕਾਮਨ ਫਰੈਂਡ, ਮੈਂ ਜਸਟ ਉਹਨਾਂ ਕੋਲ ਆਪਣੀ ਪ੍ਰੋਬਲਮ ਦੱਸੀ। ਮੈਂ ਕੈਨੇਡਾ ਤੋਂ ਸ਼ੂਟ ਕਰਕੇ ਆ ਚੁੱਕੀ ਸੀ ਤੇ ਜਿਸ ਹਿਸਾਬ ਨਾਲ ਮਾਡਲਿੰਗ ਦੇ ਵਿੱਚ ਨਾਮ ਬਣਿਆ, ਅਗਰ ਮੈਂ ਉਸ ਤੋਂ ਥੋੜਾ ਨੀਚੇ ਕਰਦੀ ਤਾਂ ਮੇਰੇ ਕਰੀਅਰ ਲਈ ਉਹ ਚੀਜ਼ ਖਰਾਬ ਹੋ ਸਕਦੀ ਸੀਗੀ। ਸੋ ਫਿਰ ਮੈਂ ਪ੍ਰੋਜੈਕਟ ਕਿਸੇ ਦੇ ਵੀ ਹੱਥ 'ਚ ਤਾਂ ਦੇ ਨਹੀਂ ਸੀ ਸਕਦੀ ਜੋ ਸਿਰਫ ਗਾਣਾ ਇੱਕ YouTube ਤੇ ਜਾਂ Facebook ਤੇ ਛੱਡ ਦੇਵੇ ਕਿ ਮਤਲਬ ਲੋਕਾਂ ਨੂੰ ਪ੍ਰੋਪਰ ਪਤਾ ਵੀ ਨਾ ਚੱਲੇ। ਸੋ ਮੇਰੇ ਮਾਈਂਡ 'ਚ ਇਹ ਵੀ ਸੀਗਾ ਕਿ ਮੈਂ ਬਹੁਤ ਜਾਣਿਆਂ ਨੂੰ ਜਵਾਬ ਵੀ ਦੇਣਾ ਹੈ, ਠੀਕ ਹੈ। ਤੇ ਫਿਰ ਸਬੱਬ ਬਣਿਆ, ਮੈਂ ਉਹਨਾਂ ਨੂੰ ਦੱਸਿਆ, ਵਿਦਿਨ 2 days ਪ੍ਰੋਜੈਕਟ ਫਾਈਨਲ ਹੋਇਆ, ਕੰਟਰੈਕਟ ਹੋ ਗਏ, ਪਰ ਇੰਨੀ ਜਲਦੀ ਮੈਨੂੰ ਨਹੀਂ ਲੱਗਦਾ ਕਿਸੇ ਦਾ ਕੰਮ ਹੁੰਦਾ ਹੋਣਾ। 2 days ਦੇ ਅੰਦਰ ਸਭ ਕੁਝ ਫਾਈਨਲਾਈਜ਼ ਹੋਇਆ, ਔਰ ਮੈਂ ਇੰਨੀ ਕੁ ਜ਼ਿਆਦਾ ਖੁਸ਼ ਹਾਂ, ਰੱਬ ਜੋ ਕਰਦਾ ਵਧੀਆ ਕਰਦਾ, ਉਹਨੇ ਮੈਨੂੰ ਉੱਥੋਂ ਚੱਕ ਕੇ ਇੱਥੇ ਲਿਆ ਕੇ ਬਿਠਾਤਾ। ਲਾਈਕ ਆਪਣੇ ਆਪ ਸਾਰਾ ਕੰਮ ਹੁੰਦਾ ਰਿਹਾ, ਆਪਣੇ ਆਪ ਸਭ ਕੁਝ ਹੋਇਆ। ਕਿੱਦਾਂ ਹੋਇਆ ਮੈਨੂੰ ਨਹੀਂ ਪਤਾ, ਗਾਣਾ ਆ ਵੀ ਗਿਆ, ਮੈਨੂੰ ਅੱਜ ਫੀਲ ਵੀ ਨਹੀਂ ਹੋ ਰਿਹਾ ਕਿਸੇ ਟਾਈਮ ਮੈਂ ਜਿਸ ਚੀਜ਼ ਲਈ ਕਰਿਓਸਿਟੀ ਸੀਗੀ ਮੇਰੇ ਅੰਦਰ, ਉਹ ਚੀਜ਼ ਕਦੋਂ ਖਤਮ ਹੋ ਗਈ, ਕਦੋਂ ਆ ਕੇ ਚਲਾ ਗਿਆ, ਰਿਸਪੌਂਸ ਇੰਨਾ ਵਧੀਆ ਆ ਰਿਹਾ। ਹਾਂ, your song is like trending since last 3-4 days ਅਸੀਂ ਦੇਖਿਆ, it's trending on number 1। ਹਾਂਜੀ, ਅੱਜ ਥੋੜਾ ਹਿੱਲਿਆ ਥੋੜਾ ਜਿਹਾ। ਹਾਂਜੀ, ਬਿਕਾਜ਼ 2-3 ਹੋਰ ਪ੍ਰੋਜੈਕਟ ਆ ਰਹੇ ਆ। ਮੇਰੀ ਪਹਿਲੇ ਤੋਂ ਸ਼ਰਤ ਹੀ ਇਹ ਸੀਗੀ ਕਿ ਕੋਈ ਫੇਕ ਵਿਊਜ਼ ਨਹੀਂ, ਬਿਕਾਜ਼ ਆਬਵੀਅਸਲੀ ਅਗਰ 5-6 ਲੱਖ ਰੁਪਇਆ ਇੱਕ ਆਰਟਿਸਟ ਵਿਊਜ਼ ਤੇ ਲਗਾ ਰਿਹਾ, ਕਿਉਂ ਨਾ ਤੁਸੀਂ ਉਹੀ ਆਪਣੇ ਮੇਨ ਪ੍ਰੋਜੈਕਟ ਤੇ ਲਗਾਓ, ਵੀਡੀਓ ਉਨੀ ਵਧੀਆ। ਜੇ ਤੁਸੀਂ ਇੰਨਾ ਵਧੀਆ ਪ੍ਰੋਜੈਕਟ ਦਓਗੇ ਲੋਕ ਕਿਉਂ ਨਹੀਂ ਸੁਣਨਗੇ, ਠੀਕ ਹੈ। ਫਿਰ ਕਮੈਂਟਸ ਹੋ ਗਏ ਜਾਂ ਲਾਈਕਸ ਹੋ ਗਏ ਜਾਂ ਇਹ ਸਭ ਚੀਜ਼ਾਂ ਪੈਂਦੀਆਂ। ਮੇਰੀ ਪਹਿਲੇ ਤੋਂ ਹੀ ਸ਼ਰਤ ਸੀ, ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਹਾਂ, ਬਿਕਾਜ਼ ਜਦੋਂ ਤੁਹਾਡੀ ਕਿਸੇ ਖਾਸ ਚੀਜ਼ ਲਈ ਲੜਾਈ ਹੁੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਮੈਂ ਆਪਣੇ ਆਪ ਨੂੰ ਦੇਖਣਾ, ਮੈਂ ਕਿੰਨੇ ਪਾਣੀ 'ਚ ਹਾਂ। ਓਨੈਸਟਲੀ ਹੁਣ ਇਮੇਜ ਇਹੋ ਜਿਹੀ ਆਰਟਿਸਟ ਦੀ ਬਣ ਚੁੱਕੀ ਹੈ, ਕਿਸੇ ਨੇ ਬਿਲੀਵ ਨਹੀਂ ਕਰਨਾ, ਬਟ ਅਸੀਂ ਕੱਲ ਸਟੈਟਸ ਚੈੱਕ ਕਰਕੇ ਹਟੇ ਹਾਂ ਕਿ ਕਿੱਥੋਂ ਕਿਹੜਾ ਵਿਊ ਕਿੱਦਾਂ ਆਇਆ, ਔਰ ਕਿਹੜੇ ਡਿਵਾਈਸ ਤੋਂ ਦੇਖਿਆ ਗਿਆ ਆ, ਓਰੀਜਨਲੀ ਦੇਖਿਆ। ਫਿਰ ਉਸ ਚੀਜ਼ ਨੇ ਮੈਨੂੰ ਇੰਨਾ ਸੈਟਿਸਫਾਈ ਕੀਤਾ ਕਿ ਯੈਸ, ਮੈਂ ਵੀ ਕਿਸੇ ਤੋਂ ਘੱਟ ਨਹੀਂ ਹੈਗੀ ਆ, ਮੈਨੂੰ ਵੀ ਮਤਲਬ ਉਨਾ ਹੀ ਰਿਸਪੌਂਸ ਵਧੀਆ ਮਿਲਿਆ ਹੈ। ਤੁਸੀਂ ਆਲਰੇਡੀ 뮤직 ਫੈਸਟੀਵਲਸ ਦੇ ਵਿੱਚ ਪਰਫਾਰਮ ਕਰ ਚੁੱਕੇ ਹੋ ਹਿਮਾਂਸ਼ੀ, ਇਸ ਦੇ ਬਾਅਦ ਤੁਸੀਂ ਕੀ ਸੋਚਦੇ ਹੋ, ਕਿਹੜਾ ਲੈਵਲ ਹੈਗਾ ਜਿਹੜਾ ਤੁਸੀਂ ਅਚੀਵ ਕਰਨਾ ਐਜ਼ ਅ ਸਿੰਗਰ? ਕਹਿ ਲਓ ਕਿ ਜਦੋਂ ਕੋਈ ਤੁਸੀਂ ਇੱਕ ਬੁਰੇ ਦੌਰ ਤੋਂ ਵੀ ਗੁਜ਼ਰਦੇ ਹੋ, ਉਹ ਤੁਹਾਡਾ ਕਿਤੇ ਨਾ ਕਿਤੇ ਫਾਇਦਾ ਕਰਾ ਜਾਂਦਾ ਹੈ। ਮੈਂ ਫੈਸਟ 'ਚ ਪਰਫਾਰਮ ਕੀਤਾ ਤੇ ਮੇਰਾ ਸਟੇਜ ਫੀਅਰ ਨਿਕਲਿਆ, 1-2 ਵਾਰ ਗਲਤੀ ਵੀ ਹੋਈ ਹੈ। ਜੋ ਫਸਟ ਟਾਈਮ ਮੈਂ ਪਰਫਾਰਮ ਕੀਤਾ ਕੁਝ ਨੋਟਸ ਦੀ ਪ੍ਰੋਬਲਮ ਆ ਗਈ। ਮੈਂ ਕਹਾ ਕਿ ਅਗਰ ਮੈਂ ਪ੍ਰੋਪਰ ਪ੍ਰੋਫੈਸ਼ਨਲ ਸਿੰਗਰ ਹਾਂ, ਨਹੀਂ, ਬਿਲਕੁਲ ਨਹੀਂ। 15 ਸਾਲ 20 ਸਾਲ ਕੋਈ ਆਰਟਿਸਟ ਮਿਹਨਤ ਕਰਦਾ ਆ, ਹੈ ਨਾ, ਉੱਠ ਕੇ ਰਿਆਜ਼ ਕਰਦਾ ਸਾਰਾ ਕੁਝ। ਹਾਂ, ਮੈਂ ਆਪਣੇ ਆਪ ਨੂੰ ਐਕਟਰ ਕਹਿ ਸਕਦੀ ਹਾਂ, ਬਟ ਐਜ਼ ਅ ਸਿੰਗਰ ਮੈਂ ਉਹਨਾਂ ਨੂੰ ਓਵਰਟੇਕ ਕਦੇ ਵੀ ਨਹੀਂ ਕਰ ਸਕਦੀ, ਹੈ ਨਾ। ਯੈਸ, ਅਗਰ ਆਪਾਂ ਕਹੀਏ ਕਿ ਐਜ਼ ਅ ਕੰਪਲੀਟ ਪਰਫਾਰਮਰ, ਹੈ ਨਾ, ਉਹ ਮੈਂ ਹੈਗੀ ਹਾਂ ਕੰਪਲੀਟ ਪਰਫਾਰਮਰ। ਮੈਂ ਇੱਕ ਗਾਣੇ ਨੂੰ ਆਪਣੀ ਆਵਾਜ਼ ਦੇ ਕੇ ਮੈਂ ਇੱਕ ਪ੍ਰੋਜੈਕਟ ਕੰਪਲੀਟ ਕਰ ਰਹੀ ਹਾਂ, ਹੈ ਨਾ। ਤੇ ਜਦੋਂ ਮੈਂ ਫੈਸਟ 'ਚ ਪਰਫਾਰਮ ਕੀਤਾ, ਹੌਲੀ ਹੌਲੀ ਮੇਰਾ ਫੀਅਰ ਨਿਕਲਿਆ, ਹੌਲੀ ਹੌਲੀ ਮੈਨੂੰ ਲੱਗਿਆ ਕਿ ਹਾਂਜੀ ਮੈਂ ਕਰ ਸਕਦੀ ਹਾਂ। ਉਹ ਕਹਿ ਲਓ ਕਿ ਕਿਤੇ ਨਾ ਕਿਤੇ ਕਿਸੇ ਦਾ ਫਾਇਦਾ ਮੇਰਾ ਨੁਕਸਾਨ, ਮੈਨੂੰ ਅੱਜ ਉਹ ਫਾਇਦਾ ਕਰਾ ਗਿਆ। ਅੱਜ ਮੇਰਾ ਸਟੇਜ ਫੀਅਰ ਨਿਕਲ ਗਿਆ, ਮੈਂ 5-6 ਵਾਰੀ ਪਰਫਾਰਮ ਕਰ ਲਿਆ। ਹੁਣ ਇਹ ਨਹੀਂ ਹੈਗਾ ਕਿ ਗਾਣੇ ਆਉਣ ਤੋਂ ਬਾਅਦ ਸਡਨਲੀ ਮੈਨੂੰ ਕੋਈ ਕਵੇ ਕਿ ਜੀ
ਸਟੇਜ ਤੇ ਤੁਸੀਂ ਐਜ਼ ਅ ਸਿੰਗਰ ਪਰਫਾਰਮ ਕਰ ਸਕਦੇ ਹੋ, ਯੈਸ ਮੈਂ ਕੰਪਲੀਟਲੀ ਰੈਡੀ ਹਾਂ ਉਸ ਚੀਜ਼ ਵਾਸਤੇ। ਸੋ ਮੈਨੂੰ ਕੋਈ ਰਿਗਰੈਟ ਨਹੀਂ ਹੈਗਾ ਵੀ ਕਿਤੇ ਮੇਰਾ ਫਾਇਦਾ ਸੀ ਜਾਂ ਨੁਕਸਾਨ ਸੀ। ਰੱਬ ਨੇ ਮੇਰੇ ਲਈ ਅੱਜ ਤੱਕ ਵਧੀਆ ਕੀਤਾ ਤੇ ਹੁਣ ਵੀ ਵਧੀਆ ਹੀ ਕੀਤਾ ਹੈ। ਸੋ ਹਿਮਾਂਸ਼ੀ ਖੁਰਾਨਾ, ਗਰਲ ਫਰਮ ਲੁਧਿਆਣਾ, ਮੈਕ ਕਾਸਮੈਟਿਕਸ, ABC, ਬੜੇ ਬ੍ਰਾਂਡਸ ਦੇ ਨਾਲ ਤੁਸੀਂ ਕੰਮ ਕੀਤਾ, ਯੂ نو ਐਕਟਰੈਸ ਸੀਗੇ, ਫਿਲਮਸ ਆਈਆਂ, ਸਾਊਥ, ਤਮਿਲ, ਤੇਲਗੂ, ਸਭ ਕੁਝ ਕਰਕੇ ਦੇਖ ਲਿਆ, ਫਾਈਨਲੀ ਸਿੰਗਰ ਬਣ ਗਏ, ਮਾਡਲਿੰਗ ਵੀ ਕਰ ਲਈ, ਅੱਗੇ ਕੀ ਪਲਾਨ ਹੈ, ਹੋਰ ਕੀ ਕਰਨਾ ਹੈ? ਮਾਡਲਿੰਗ ਕਰਨੀ ਲਈ ਸਟਿਲ ਕਰ ਰਹੀ ਹਾਂ, ਬਿਕਾਜ਼ ਜੋ ਮੇਨ ਬੇਸ ਹੁੰਦਾ ਉਹ ਪਰਸਨ ਨੂੰ ਕਦੇ ਨਹੀਂ ਛੱਡਣਾ ਚਾਹੀਦਾ। ਸਿੰਗਰ ਮੈਂ ਇਹ ਕਹਿ ਰਹੀ ਹਾਂ ਕਿ ਆਪਣੇ ਆਪ ਨੂੰ ਜਿਹੜੀ ਚੀਜ਼ ਬਹੁਤ ਜ਼ਿਆਦਾ ਓਨੈਸਟਲੀ ਅੱਜ ਤੱਕ ਮੈਂ ਐਜ਼ ਅ ਸਿੰਗਰ ਕਹਿ ਲਓ ਵੀ ਮਾਡਲ ਜੋ ਚੀਜ਼ ਮੈਂ ਫੇਸ ਕਰ ਰਹੀ ਹਾਂ ਕਿ ਮਾਡਲ ਨੂੰ ਉਨੀ ਪ੍ਰਾਇੋਰਿਟੀ ਮੇ ਬੀ ਸ਼ਾਇਦ ਹੁਣ ਦੇਣੀ ਸਟਾਰਟ ਕੀਤੀ, ਬਟ ਕਿਤੇ ਨਾ ਕਿਤੇ ਆ ਕੇ ਅਗਰ ਕੋਈ ਫੀਮੇਲ ਸਿੰਗਰ ਹੈ ਜਾਂ ਮਾਡਲ ਹੈ ਤਾਂ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕੰਪੇਅਰ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਡਾਊਨ ਟਰੋਡਨ ਕੀਤਾ ਜਾਂਦਾ ਹੈ ਕਿ ਮਾਡਲ ਹੁੰਦੀ ਹੈ, ਸਿੰਗਰ ਹੁੰਦੀ ਹੈ। ਅੱਛਾ, ਠੀਕ ਹੈ। ਜੋ ਸਿੰਗਰਸ ਨੂੰ ਜੋ ਪ੍ਰਾਇੋਰਿਟੀ ਦਿੱਤੀ ਜਾਂਦੀ ਹੈ ਕਿ ਹਾਂਜੀ ਫਰਸਟ ਪ੍ਰਾਇੋਰਿਟੀ ਆਪਾਂ ਕਹੀਏ ਕਿ ਨਹੀਂ ਸਿੰਗਰ ਦੀ ਡਿਮਾਂਡ ਜ਼ਿਆਦਾ, ਓਬਵੀਅਸਲੀ ਓਵਰਸੀਜ਼ ਦੇ ਵਿੱਚ ਮਾਡਲ ਅਗਰ ਜਾਂਦੀ ਹੈ ਨਾ, ਮੈਨੂੰ ਕਿਸੇ ਨੇ ਇਹ ਗੱਲ ਵੀ ਬੋਲੀ ਕਿ ਤੁਸੀਂ ਓਵਰਸੀਜ਼ ਅਗਰ ਜਾ ਰਹੇ ਹੋ ਤਾਂ ਤੁਹਾਡਾ ਉੱਥੇ ਕੰਮ ਕੀ ਹੈ? ਅਗਰ ਤੁਸੀਂ ਜਾ ਰਹੇ ਹੋ ਐਬਸੋਲੂਟਲੀ ਤੁਸੀਂ ਗਏ ਹੋ ਕੁਝ ਸਿੰਗਰਸ ਦੇ ਨਾਲ, ਮੈਂ ਬਹੁਤ ਵਾਰ ਗਈ ਹਾਂ, ਮੇ ਬੀ ਸ਼ਾਇਦ ਮੈਂ ਫਰਸਟ ਫੀਮੇਲ ਮਾਡਲ ਹੋਊਂਗੀ, ਮੈਂ ਓਵਰਸੀਜ਼ ਬਹੁਤ ਜ਼ਿਆਦਾ ਟਰੈਵਲ ਕੀਤਾ, ਬਟ ਜਦੋਂ ਮੈਨੂੰ ਕਿਸੇ ਬਹੁਤ ਨਾਮੀ ਫੀਮੇਲ ਸਿੰਗਰ ਨੇ ਮੈਨੂੰ ਇਹ ਗੱਲ ਬੋਲੀ, ਅੱਛਾ, ਜਦੋਂ ਮੈਨੂੰ ਇਹ ਗੱਲ ਬੋਲੀ ਤਾਂ ਮੈਨੂੰ ਬੜਾ ਫੀਲ ਹੋਇਆ, ਪਰ ਮੈਂ ਆਪਣੇ ਫਰੈਂਡ ਨਾਲ ਗੱਲ ਕੀਤੀ ਕਿ ਮੈਨੂੰ ਇੱਦਾਂ ਬੋਲਿਆ। ਮੈਂ ਆਲਵੇਜ਼ ਇਹ ਛੋਟੀ ਗੱਲਾਂ ਨੋਟ ਕਰਦੀ ਹੈ ਕਿਉਂਕਿ ਜਦੋਂ ਇੱਕ ਬੰਦਾ ਇਕੱਲੇ ਆਪਣੇ ਆਪ ਨੂੰ ਸਟੈਂਡ ਕਰਦਾ, ਮੈਂ ਨਹੀਂ ਕਹਿ ਰਹੀ ਮੈਂ ਕਿਸੇ ਨੂੰ ਬਹੁਤ ਸੁਣਾ ਰਹੀ ਹਾਂ ਕਿ ਹਾਂਜੀ ਮੈਂ ਇਕੱਲੇ ਬਹੁਤ ਸਾਰੇ ਆਰਟਿਸਟ ਨੇ, ਬਟ ਜਦੋਂ ਤੁਹਾਡੇ ਕੋਲ ਇੱਕ ਪ੍ਰੋਪਰ ਟੀਮ ਹੁੰਦੀ ਹੈ ਤੁਸੀਂ ਲੇਕਿਨ ਐਸੇ ਫੀਲਡ ਨੂੰ ਅੱਗੇ ਲੈ ਕੇ ਜਾ ਰਹੇ ਹੋ ਜਿਨ੍ਹਾਂ ਦੀ ਅੱਜ ਵੀ ਸ਼ਾਇਦ ਉਨੀ ਅਹਿਮੀਅਤ ਨਾ ਮੰਨੀ ਜਾਵੇ ਕਿਉਂਕਿ ਸਾਰਾ ਕ੍ਰੈਡਿਟ ਮਿਲ ਜਾਂਦਾ ਮਾਡਲ ਨੂੰ, ਈਵਨ ਸਿੰਗਰ ਨੂੰ। ਅਵਾਰਡ ਫੰਕਸ਼ਨਸ ਦੇ ਵਿੱਚ ਵੀ ਸਾਰਾ ਕ੍ਰੈਡਿਟ ਮਿਲ ਜਾਂਦਾ ਹੈ ਸਿੰਗਰ ਨੂੰ। ਇਹ ਤੁਸੀਂ ਪਹਿਲਾਂ ਵੀ ਆਈ ਥਿੰਕ ਸਾਡੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮਾਡਲ ਨੂੰ ਪ੍ਰਾਇੋਰਿਟੀ ਨਹੀਂ ਦਿੰਦੇ ਲੋਕੀ, ਸਿੰਗਰ ਨੂੰ ਪ੍ਰਾਇੋਰਿਟੀ ਮਿਲ ਜਾਂਦੀ ਹੈ ਜਦਕਿ ਗਾਣਾ ਮਾਡਲ ਕਰਕੇ ਵੀ ਹਿੱਟ। ਅਵਾਰਡ ਫੰਕਸ਼ਨ ਮੈਂ ਕਹਿਣਾ ਨਹੀਂ ਚਾਹੁੰਦੀ, ਅਵਾਰਡ ਫੰਕਸ਼ਨਸ ਦੇ ਵਿੱਚ ਇਹ ਹੈ ਕਿ ਹਰ ਕੈਟਾਗਰੀ ਆਪਣੀ ਮਰਜ਼ੀ ਨਾਲ ਬਣਾ ਦਿੱਤੀ ਜਾਂਦੀ ਹੈ। ਨਾਨ ਰੈਜ਼ੀਡੈਂਟ ਇੰਡੀਅਨ ਫੀਮੇਲ, ਬੈਸਟ ਸਿੰਗਰ, ਪਪੂਲਰ ਸਿੰਗਰ, ਕ੍ਰਿਟਿਕ ਸਿੰਗਰ, ਲਾਈਕ ਸਭ ਦੇ ਉਹ ਹੋ ਜਾਣ। ਸੋ ਅਗਰ ਤੁਸੀਂ ਮਾਡਲਸ ਨੂੰ ਐਪਰੀਸ਼ੀਏਟ ਨਹੀਂ ਕਰ ਰਹੇ ਕਿ ਬੈਸਟ ਫੇਸ ਜਾਂ ਮੋਸਟ ਜਾਂ ਆਪਾਂ ਕਹਿ ਲਈਏ ਕਿ ਫੋਲੋਅਰਡ ਜਾਂ ਪਪੂਲਰ ਜਾਂ ਕੁਛ ਹੈ ਨਾ, ਆਪਾਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਹਾਂ ਤਾਂ ਕੋਈ ਮਾਡਲ ਉਸ ਦੌੜ ਦੇ ਵਿੱਚ ਸ਼ਾਮਿਲ ਹੋਣ ਲਈ ਕਿਉਂ ਨਹੀਂ ਵਧੀਆ ਪ੍ਰੋਜੈਕਟ ਕਰੂਗੀ। ਕੱਲ੍ਹ ਨੂੰ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਕਿ ਹਾਂਜੀ ਇਹ ਗਾਣੇ ਨਹੀਂ ਵਧੀਆ ਕਰਦੀ, ਵੱਡੇ ਸਿੰਗਰਸ ਕਹਿ ਦਿੰਦੇ ਨੇ ਨਹੀਂ ਜੀ ਇਹਨੇ ਤਾਂ ਚੱਜ ਦੇ ਗਾਣੇ ਨਹੀਂ ਕੀਤੇ, ਆਪਾਂ ਕਿਸੇ ਹੋਰ ਕੁੜੀ ਨੂੰ ਲੈਣੇ, ਫਿਰ ਸਾਨੂੰ ਕੋਈ ਹੱਕ ਨਹੀਂ ਹੈਗਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਸਰਵਾਈਵ ਤਾਂ ਕਰਨਾ ਹੀ ਹੈ ਕਿਸੇ ਤਰੀਕੇ, ਓਬਵੀਅਸਲੀ ਕਰਨਾ। ਜਦੋਂ ਤੁਸੀਂ ਕਿਸੇ ਨੂੰ ਬੱਚੇ ਨੂੰ ਵੀ ਦਿਖਾਉਂਦੇ ਆਪਾਂ ਹਾਂਜੀ ਤੈਨੂੰ ਆਹ ਚੀਜ਼ ਮਿਲੂਗੀ ਅਗਰ ਤੂੰ ਆਹ ਚੀਜ਼ ਵਧੀਆ ਕਰੇਗਾ, ਹਰ ਤਰ੍ਹਾਂ ਦੀ ਕੈਟਾਗਰੀ ਬਣ ਰਹੀ ਹੈ, ਹਾਲੇ ਤੱਕ ਮਾਡਲਸ ਨੂੰ ਨਿਗਲੈਕਟ ਕਿਉਂ ਕੀਤਾ ਜਾਂਦਾ ਹੈ? ਬਟ I think the way you guys have been treated, there's Sara Gopal, there's a couple of other names, the way you guys have been treated, ਮੈਨੂੰ ਲੱਗਦਾ ਬਹੁਤ ਸਾਰੇ ਜਿਹੜੇ 90s ਦੇ ਮਾਡਲਸ ਹੈਗੇ ਨਾ ਉਹ ਹਲੇ ਵੀ ਇਹ ਕਹਿੰਦੇ ਕਿ ਯਾਰ ਜੋ ਟ੍ਰੀਟਮੈਂਟ ਇਹਨਾਂ ਕੁੜੀਆਂ ਨੂੰ ਮਿਲਦੀ ਹੈ ਨਾ ਸਾਨੂੰ ਤਾਂ ਕਦੇ ਵੀ ਨਹੀਂ ਮਿਲੀ। ਹਾਂਜੀ ਮੈਂ ਉਹੀ ਕਹਿ ਰਹੀ ਐਟਲੀਸਟ ਹਾਂਜੀ ਸਟਾਰਟ ਹੋ ਗਿਆ, ਬਟ ਉਹਨਾਂ ਨੂੰ ਨਹੀਂ ਮਿਲਦੀ ਸੀਗੀ, ਉਹਨਾਂ ਨੂੰ ਪਤਾ ਸੀਗਾ ਕਿ ਇਹ ਚੀਜ਼ ਹੋਣੀ ਨਹੀਂ ਹੈਗੀ, ਬਟ ਉਹ ਉੱਥੇ ਇੱਕ ਸੈਟਿਸਫਾਈ ਸੀਗੇ। ਅਸੀਂ ਉਸ ਚੀਜ਼ ਨਾਲ ਡੇਲੀ ਲੜ ਰਹੇ ਹਾਂ। ਅਗਰ ਆਪਾਂ ਕਹੀਏ ਕਿ ਕੋਈ ਵੀ ਹੋਰ ਫੀਮੇਲ ਮਾਡਲ ਆ ਜਾਂ ਮੈਂ ਆ, ਅਸੀਂ ਉਸ ਚੀਜ਼ ਨੂੰ ਡੇਲੀ ਫੇਸ ਕਰ ਰਹੇ। ਅਗਰ ਅਸੀਂ ਇੱਕ ਚੀਜ਼ ਅਚੀਵ ਕਰ ਰਹੇ ਹਾਂ ਤਾਂ ਸਾਨੂੰ ਅਗਲੇ ਪੁਆਇੰਟ ਕੋਈ ਨਾ ਕੋਈ ਫਿਰ ਟੌਂਟਿੰਗ ਵੇ ਨਾਲ ਜਾਂ ਫਿਰ ਕੋਈ ਨਾ ਕੋਈ ਪ੍ਰੋਬਲਮ ਸਾਨੂੰ ਕਹਿ ਦਿੰਦਾ ਹੀ ਹਾਂਜੀ ਵਾਈ ਆਰ ਯੂ ਹੇਅਰ। ਲਾਈਕ ਜਿਵੇਂ ਮੇਰੇ ਲਈ ਅਚੀਵਮੈਂਟ ਸੀਗੀ ਕਿ ਮੈਨੂੰ ਇੰਨੀ ਕੁ ਡਿਮਾਂਡ ਵੱਧ ਗਈ, ਲਾਈਕ ਪ੍ਰਮੋਟਰ ਬੋਲਦੇ ਸੀ ਕਿ ਅਗਰ ਕੋਈ ਸ਼ੋਅ ਇੱਕ ਸਿੰਗਰ ਵਾਸਤੇ ਆ ਰਿਹਾ ਤਾਂ ਇੱਕ ਸਪੈਸ਼ਲੀ ਡਿਮਾਂਡ ਹਿਮਾਂਸ਼ੀ ਲਈ ਵੀ ਆ ਰਹੀ ਕਿ ਸਾਨੂੰ ਹਿਮਾਂਸ਼ੀ ਇੱਥੇ ਚਾਹੀਦੀ ਹੈ। ਸੋ ਮੈਨੂੰ ਉੱਥੇ ਪਹੁੰਚਣ ਤੋਂ ਬਾਅਦ ਜਿਹੜੇ ਨਾਲ ਦੀ ਫੀਮੇਲ ਜਾਂ ਕੋਈ ਵੀ ਕਹਿ ਲਓ ਜਾਂ ਇੱਥੋਂ ਦੀ ਫੀਮੇਲਸ ਕਹਿ ਲਓ ਸਿੰਗਰ ਸਪੈਸ਼ਲੀ ਉਹ ਇਹ ਗੱਲ ਕਹਿ ਰਹੀਆਂ ਨੇ ਜੀ ਅੱਛਾ ਫੀਮੇਲ ਸਿੰਗਰ ਜ਼ਿਆਦਾਤਰ ਹੀ ਇਹਨਾਂ ਦੀ ਕੀ ਲੋੜ ਹੈ। ਸੋ ਇੱਕ ਫਿਰ ਮੈਂ ਉਸ ਚੀਜ਼ ਨੂੰ ਫਿਰ ਆਪਣੇ ਆਪ ਵੱਲੋਂ ਪ੍ਰੀਪੇਅਰ ਕੀਤਾ ਕਿ ਮੈਂ ਬੈਕ ਸਟੈਪ ਕਰ ਲਵਾਂ। ਮੈਂ ਇੱਕ ਸ਼ੋਅ ਤੋਂ ਬੈਕ ਸਟੈਪ ਵੀ ਕੀਤੀ ਸਿਰਫ ਇਸੀ ਗੱਲ ਕਰਕੇ ਬਿਕਾਜ਼ ਮੈਂ ਬਹੁਤ ਖੁੰਦਕੀ ਹਾਂ। ਸੋ ਫਿਰ ਮੇਰੀ ਟੀਮ ਨੇ ਮੈਨੂੰ ਇਹ ਗੱਲ ਬੋਲੀ ਕਿ ਇੱਕ ਸਿੰਗਰ 1.5 ਘੰਟਾ ਗਾ ਕੇ ਆਉਂਦਾ, ਤੁਸੀਂ ਸਿਰਫ ਆਪਣੀ ਸ਼ਕਲ ਔਰ ਆਪਣੀ ਪ੍ਰੈਜ਼ੈਂਸ ਦੇ ਪੈਸੇ ਲੈ ਰਹੇ ਹੋ। ਇਟਸ ਅ ਬਿਗ ਥਿੰਗ। ਯੈਸ ਤੁਸੀਂ ਸਿਰਫ ਆਪਣੀ ਪ੍ਰੈਜ਼ੈਂਸ ਮਤਲਬ ਤੁਹਾਡੀ ਪ੍ਰੈਜ਼ੈਂਸ ਹੀ ਇਨਫ ਆ। ਸੀ ਦੈਟਸ ਦ ਗਲੈਮਰ ਰਾਈਟ। ਯਾ
ਤੁਹਾਡੀ ਪ੍ਰੈਜ਼ੈਂਸ ਹੀ ਇਨਫ ਹੈ ਕਿ Yeah. ਤੁਸੀਂ ਇੱਕ ਗਾ ਕੇ ਆ ਰਹੇ ਹੋ ਔਰ ਇੱਕ ਫੀਮੇਲ ਮਾਡਲ ਜਾ ਰਹੀ ਹੈ ਜਿਹਨੂੰ ਸਿਰਫ ਲੋਕ, ਮੈਂ ਸਟੇਜ ਤੇ ਖੜੀ ਹੋਈ, ਲੋਕ ਚੀਕਾਂ ਮਾਰਦੇ, ਵਿਸਲ ਕਰਦੇ, ਲਾਈਕ ਹਿਮਾਂਸ਼ੀ ਕਰ ਰਹੇ ਆ, ਉਹ ਮੇਰੇ ਲਈ ਇੰਨਾ ਬਹੁਤ ਹੈ ਕਿ ਮੈਂ 7 ਸਮੁੰਦਰ ਪਾਰ ਇੱਕ ਸਿਰਫ ਇੰਨੀ ਕੁ ਗੱਲ ਲਈ ਜਾ ਰਹੀ ਹਾਂ ਕਿ ਲੋਕ ਮੈਨੂੰ ਸਮਝ ਮਿਲੀ ਨਾ, ਸੋ ਫਿਰ ਆਬਵੀਅਸਲੀ ਮੇਰਾ ਦਾਇਰਾ ਉੱਤੋਂ ਉੱਪਰ ਹੋ ਗਿਆ। ਪੋਜ਼ਿਟਿਵ ਵੇ ਨਾਲ ਸੋਚਾਂ, ਕਿਉਂਕਿ ਮੈਂ ਨੈਗੇਟਿਵਲੀ ਕਿਸੇ ਨੇ ਮੈਨੂੰ ਸੋਚਣ ਤੇ ਮਜਬੂਰ ਕਰਤਾ। ਪੋਜ਼ਿਟਿਵ ਮੈਂ ਸੋਚ ਲਿਆ ਕਿ ਯੈਸ ਮੇਰੀ ਪ੍ਰੈਜ਼ੈਂਸ ਹੀ ਇਨਫ ਹੈ, ਤੁਸੀਂ 1.5 ਘੰਟਾ ਗਾਓ, ਮੈਂ ਮੇਰੀ ਪ੍ਰੈਜ਼ੈਂਸ ਹੈ। ਸੋ ਅਗਰ ਐਜ਼ ਅ ਸਿੰਗਰ ਕੋਈ ਫੋਲੋਇੰਗ ਜਾਂ ਕਿਸੇ ਚੀਜ਼ ਨੂੰ ਮੈਂ ਮਾਣ ਨਹੀਂ ਕਰਦੀ, ਤਾਂ ਐਜ਼ ਅ ਮਾਡਲ ਅਗਰ ਮੈਂ ਟੱਕਰ ਦੇ ਰਹੀ ਹਾਂ, ਸੋ ਅਗਰ ਮੈਂ ਐਜ਼ ਅ ਸਿੰਗਰ ਆਪਣੇ ਆਪ ਨੂੰ ਇਸਟੈਬਲਿਸ਼ ਕਰਦੀ ਹਾਂ, ਤਾਂ ਆਈ ਥਿੰਕ ਮੈਂ 2 ਪੁਆਇੰਟ ਅੱਗੇ ਚਲੀ ਜਾਊਂਗੀ, ਜੋ ਮੈਂ ਬਿਲੀਵ ਕਰਦੀ ਹਾਂ, ਜੋ ਮੇਰੇ 'ਚ ਕੌਨਫੀਡੈਂਸ ਹੈਗਾ, ਨਾਟ ਓਵਰ ਕੌਨਫੀਡੈਂਸ ਬਟ ਯੈਸ, ਕਿ ਟੌਪ 5 ਫੀਮੇਲਸ ਦੇ ਵਿੱਚ ਜੋ ਮੈਨੂੰ ਲੋਕਾਂ ਤੋਂ ਸੁਣਨ ਨੂੰ ਮਿਲਿਆ, ਲਾਈਕ ਫੋਲੋਇੰਗ ਦੇ ਤੌਰ ਦੇ ਉੱਤੇ, ਮਤਲਬ ਲੋਕਾਂ ਨੇ ਮੈਨੂੰ ਵਿੱਚ ਲਿਆ ਕੇ ਖੜਾ ਕਰਤਾ ਕਿ ਚਾਹੇ ਤੈਨੂੰ ਕੋਈ ਕੁਝ ਵੀ ਬੋਲੇ, ਜੇ ਫੋਲੋਇੰਗ ਤੁਹਾਡੇ ਪਿੱਛੇ ਹੈਗੀ ਹੈ ਨਾ, ਤਾਂ ਆਪਣੇ ਆਪ ਹਰ ਕਿਸੇ ਦਾ ਮੂੰਹ ਐਬਸੋਲੂਟਲੀ ਦੈਟਸ ਵਾਟ ਯੂ ਵਾਂਟ। ਆਈ ਮੀਨ ਬੇਸਿਕਲੀ ਜੋ ਫੋਲੋਅਰਸ ਹੈਗੇ ਤੁਹਾਡੇ ਤੇ, ਬਿਲਕੁਲ ਹਾਈ ਹੀਲ ਤੋਂ ਮੈਨੂੰ, ਹਾਈ ਸਟੈਂਡਰਡ ਗਾਣੇ ਤੋਂ ਮੈਨੂੰ ਇੱਦਾਂ ਫੀਲ ਹੋ ਗਿਆ, ਮੈਨੂੰ ਇਹ ਲੱਗਦਾ ਸੀ ਕਿ ਠੀਕ ਹੈ, ਓਕੇ ਚਲਾ ਜਾਊਗਾ, ਬਟ ਹੁਣ ਪਤਾ ਚੱਲ ਰਿਹਾ ਕਿ ਮੇਰੀ ਰਿਸਪੌਂਸਿਬਿਲਿਟੀ ਔਰ ਮੇਰੇ 'ਚ ਕੌਨਫੀਡੈਂਸ ਫਿਲ ਕਰਨ ਦਾ ਜਿਹੜਾ ਇੰਨਾ ਜ਼ਿਆਦਾ ਜੋਸ਼ ਆਇਆ ਕਿ ਫੈਨਸ ਮੇਰੇ ਮੈਨੂੰ ਕੀਪ ਔਨ ਮੈਸੇਜਿੰਗ, ਇੰਨੇ ਮੈਸੇजेस, ਇੰਨਾ ਸਾਰਾ ਕੁਝ, ਅਗਰ ਉਹ ਬਿਨਾਂ ਕਿਸੇ ਪ੍ਰਮੋਸ਼ਨ ਕੰਪਨੀ ਤੋਂ ਟ੍ਰੈਂਡਿੰਗ ਦੇ ਵਿੱਚ ਲਿਆ ਸਕਦੇ, ਦੈਟ ਮੀਨਸ ਵੀ ਡੋਂਟ ਨੀਡ ਕਿਸੇ ਵੀ ਤਰ੍ਹਾਂ ਦਾ ਫੇਕ ਵਿਊਜ਼, ਫੇਕ ਪੇਡ ਆਪਾਂ ਕਹਿ ਲਈਏ ਪੇਡ ਆਰਟੀਕਲਸ, ਜਾਂ ਆਪਾਂ ਕਿਸੇ ਤਰ੍ਹਾਂ ਦਾ ਕੁਛ ਜ਼ਰੂਰਤ ਨਹੀਂ ਹੈ। ਓਨੈਸਟਲੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਣ ਲੱਗੇ ਹੁਣ ਤੱਕ ਇੱਕ ਵੀ ਪੈਸਾ ਨਹੀਂ ਲੱਗਿਆ ਪ੍ਰਮੋਸ਼ਨ ਦੇ ਉੱਤੇ ਜਿਹਦੇ ਵਿੱਚ ਮੈਂ ਕਿਹਾ ਜਾਵਾਂ ਕਿ ਮੈਂ ਫੇਕ ਵਿਊਜ਼ ਪਾਏ ਹੋਣ। ਮੈਂ ਰੱਬ ਨੂੰ ਬਹੁਤ ਜ਼ਿਆਦਾ ਮੰਨਦੀ ਹਾਂ, ਉਹਨਾਂ ਚਲੋ ਕਿਸੇ ਨੂੰ ਨਹੀਂ ਵੀ ਯਕੀਨ ਹੋਊਗਾ, ਬਟ ਯੈਸ ਮੈਨੂੰ ਇੰਡੀਵਿਜੂਅਲੀ ਆਪਣੇ ਆਪ ਤੇ ਟਰਸਟ ਹੋ ਗਿਆ, ਦੈਟਸ ਵਾਈ ਮੈਂ ਇੰਨੇ ਕੌਨਫੀਡੈਂਸ 'ਚ ਤੁਰੀ ਫਿਰਦੀ ਹਾਂ ਕਿ ਹਾਂ ਮੇਰੇ ਪਿੱਛੇ ਮਤਲਬ ਲੋਕ ਮੈਨੂੰ ਇੰਨਾ ਸਪੋਰਟ ਕਰਨਾ। ਰਾਈਟ, ਤੁਸੀਂ ਓਵਰ ਅ ਪੀਰੀਅਡ ਆਫ ਟਾਈਮ ਸਾਡੀ ਤੁਹਾਡੇ ਨਾਲ ਗੱਲਬਾਤ ਵੀ ਹੁੰਦੀ ਰਹੀ ਹੈ ਇਨ ਟਰਮਸ ਆਫ ਆਰਟੀਕਲਸ ਐਂਡ ਆਲ, ਤੁਸੀਂ ਬਹੁਤ ਹੀ ਬੋਲਡ ਸਟੇਟਮੈਂਟਸ ਦਿੰਦੇ ਹੋ, ਆਈ ਮੀਨ ਅਗੇਂਸਟ ਦੀ ਨਾਰਮਲ ਲੀਗ। ਵਾਈ ਇਜ਼ ਦੈਟ? ਵਾਈ ਆਰ ਯੂ ਸੋ ਕੌਨਫੀਡੈਂਟ? ਤੁਹਾਨੂੰ ਡਰ ਨਹੀਂ ਲੱਗਦਾ ਇਸ ਇੰਡਸਟਰੀ ਤੋਂ? ਔਰ ਇਜ਼ ਇਟ ਬਿਕਾਜ਼ ਇਸ ਇੰਡਸਟਰੀ ਦੀ ਇੱਕ ਖਾਸੀਅਤ ਇੰਨੀ ਕੁ ਜ਼ਿਆਦਾ, ਲਾਈਕ ਆਪਾਂ ਬਾਲੀਵੁੱਡ ਕਹੀਏ ਤਾਂ ਬਾਲੀਵੁੱਡ ਲਿੰਕਸ ਨਾਲ ਚੱਲਦਾ ਹੈ ਨਾ, ਜਾਂ ਆਪਾਂ ਕਹਿ ਲਈਏ ਅਗਰ ਸਾਊਥ ਇੰਡਸਟਰੀ ਹੈ, ਉੱਥੇ ਨੈਪੋਟਿਜ਼ਮ ਇੰਨਾ ਚੱਲਦਾ ਹੈ, ਮਤਲਬ ਉਹਨਾਂ ਦੀ ਅੱਗੇ ਗ੍ਰੈਂਡਫਾਦਰ, ਅੱਗੇ ਸਨ, ਅੱਗੇ ਉਹਨਾਂ ਦੇ ਅੱਗੇ ਗ੍ਰੈਂਡਸਨ, ਬਟ ਪੰਜਾਬੀ ਬਹੁਤ ਜਾ ਰਹੇ ਉਧਰਲੀ ਸਾਈਡ ਵੀ। ਬਟ ਪੰਜਾਬੀ ਆਪਾਂ ਕਹੀਏ ਨਾ, ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਹੈ ਕਿ ਹਰ ਬੰਦਾ ਆਪਣੇ ਆਪ ਸਰਵਾਈਵ ਕਰ ਰਿਹਾ ਹੈ, ਕੱਲਾ ਸਿੰਗਰ, ਕੱਲੀ ਫੀਮੇਲ ਸਿੰਗਰ, ਕਿਸੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਜਦ ਤੱਕ ਕੰਪਨੀਜ਼ ਉਹਨਾਂ ਨੂੰ ਸਪੋਰਟ ਕਰਨ ਲਈ ਬੈਠੀਆਂ ਨੇ। ਅਗਰ ਉਹ ਵਧੀਆ ਪ੍ਰੋਜੈਕਟ, ਗੱਲ ਫਿਰ ਉੱਥੇ ਆ ਗਈ, ਫੈਨਸ ਉਹਨਾਂ ਦੇ ਪਿੱਛੇ ਨੇ ਤਾਂ ਕੰਪਨੀ ਵੀ ਉਹਨਾਂ ਨੂੰ ਕਹਿੰਦੀ ਆਓ ਅਸੀਂ ਤੁਹਾਡੇ ਪ੍ਰੋਜੈਕਟ ਤੇ ਪੈਸੇ ਲਾਣੇ। ਤਾਂ ਮੈਨੂੰ ਡਰਨ ਦੀ ਮੈਂ ਡਰ ਕੇ ਰਹੂੰਗੀ, ਉਹਦਾ ਵੀ ਕੋਈ ਫਾਇਦਾ ਨਹੀਂ। ਕਿਸੇ ਦੀ ਚਾਪਲੂਸੀ ਕਰਕੇ ਕਦੇ ਵੀ ਆਪਣਾ ਦਾਇਰਾ ਨਹੀਂ ਦੇਖਿਆ ਜਾਂਦਾ ਕਿ ਤੁਸੀਂ ਮੈਂ ਫੈਨਸ ਦੇ ਸਾਹਮਣੇ ਟੌਰ ਮਾਰਾਂਗੀ, ਯੈਸ ਆਈ ਐਮ ਹਿਮਾਂਸ਼ੀ ਖੁਰਾਨਾ, ਮੇਰੇ ਨਾਲ ਫੋਟੋ ਕਰਾਓ, ਪਰ ਮੈਂ ਕਹਾਂ ਸੌਰੀ ਮੈਂ ਹਾਲੇ ਬਿਜ਼ੀ ਹਾਂ, ਬਟ ਅੰਦਰੋਂ ਮੈਨੂੰ ਪਤਾ ਕਿ ਮੈਂ ਕਿਸੇ ਦੀ ਮਿੰਨਤਾਂ ਕਰ ਰਹੀ ਹਾਂ। ਤੁਹਾਡੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੂਗੀ ਕਿ ਹਾਂਜੀ ਤੁਸੀਂ ਇੱਕ ਲੋਕਾਂ ਦੇ ਸਾਹਮਣੇ ਕੌਨਫੀਡੈਂਟਲੀ ਖੜੇ ਹੋ ਰਹੇ ਹੋ, ਲੇਕਿਨ ਅੰਦਰੋਂ ਤੁਸੀਂ ਕਿਸੇ ਦੀਆਂ ਮਿੰਨਤਾਂ ਕਰ ਰਹੇ ਹੋ, ਤਾਂ ਉਹ ਚੀਜ਼ ਮੇਰੇ ਲਈ ਬੈਲੈਂਸ ਨਹੀਂ ਹੁੰਦੀ ਹੈ, ਮੈਨੂੰ ਬਹੁਤ ਔਖਾ ਲੱਗਦਾ। ਹਿਮਾਂਸ਼ੀ, ਬੀਇੰਗ ਅ ਮਾਡਲ, ਬੀਇੰਗ ਅ ਵੈਰੀ ਵੈਲ ਨੋਨ ਸਟੈਂਡਰਡ ਮਾਡਲ, ਬਹੁਤ ਸਾਰੇ ਸਾਡੇ ਕੋਲ ਇੱਦਾਂ ਦੇ ਵੀ ਡਾਇਰੈਕਟਰਸ ਸੀਗੇ ਜਿਨ੍ਹਾਂ ਨੇ ਸਾਨੂੰ ਕੋਟ ਦਿੱਤਾ ਕਿ ਹਿਮਾਂਸ਼ੀ ਦਾ ਫੇਸ ਬਹੁਤ ਯੂਜ਼ ਹੋ ਚੁੱਕਿਆ ਹੈ, ਹਿਮਾਂਸ਼ੀ ਇਜ਼ ਬੀਨ ਓਵਰਲੀ ਯੂਜ਼ਡ ਇਨ ਸੌਂਗਸ, ਸੋ ਅਸੀਂ ਉਹਨਾਂ ਨੂੰ ਫਿਲਮਾਂ ਲਈ ਨਹੀਂ ਕੰਸੀਡਰ ਕਰ ਸਕਦੇ। I mean, how do you react to such things? क्योंकि बहुत सारे डायरेक्टर्स ने बोले हिमांशी खुराना तो बहुत ज़्यादा यूज़ हो चुकी है, so I don't want to use her in a film. Okay, मेरे सामने भी ये स्टेटमेंट आई सी और मैं दिती सीगी, बहुत वेल नोन उन्होंने दिती सीगी। सॉरी टू से उन्होंने दी इन्फॉर्मेशन वास्ते अगर वो विकीपीडिया या कोई भी खोल के देख लें, इन 8 ईयर्स मैं टोटल अप्रॉक्स मोर दैन 35 सॉन्ग किए होंगे, मे बी एक अद्धा उपर थले होगा। 35 सॉन्ग्स इन 8 ईयर्स, जे आप पर ईयर के हिसाब नाल भी सॉन्ग ला लिए, मेरे ख्याल नाल 2 या 3 बनते होणगे। इस तो ज़्यादा कि मैं वही गल कह रही ना, एप्रीशिएट करन दी गल, जे तक कुड़ी हर दूजे गाने च आ रही है, हर किसी सिंगर ना नवे ना डायरैक्टर नहीं देख रही, ये नहीं देख रही कि मैं किद्दां दी लग रही है, स्क्रीन प्रेजेंस नहीं देख रही, गाने फ्लॉप भी हो जा कुछ है, तो कहते ने जी नहीं ये लैवल दी नहीं है। अगर मैं अपना लैवल मेनटेन किया, टच वुड अज
ਇੰਨੀ ਕੁ ਜ਼ਿਆਦਾ ਰੱਬ ਨੇ ਮਿਹਰ ਕਰਤੀ ਕਿ ਜੇ ਕੋਈ ਵੱਡਾ ਸਿੰਗਰ ਆਉਂਦਾ ਵੀ ਹੈ, ਜੇ ਉਹਦਾ ਗਾਣਾ ਮੈਨੂੰ ਨਹੀਂ ਵਧੀਆ ਲੱਗਦਾ, ਮੈਂ ਰਿਜੈਕਟ ਵੀ ਕਰਦੀ ਹਾਂ, ਜਸਟ ਬਿਕਾਜ਼ ਕਿ ਮੇਰੇ ਪਿੱਛੇ ਟੈਗ ਲੱਗਿਆ ਕਿ ਮੈਂ ਅਗਰ 35 ਗਾਣਿਆਂ 'ਚੋਂ 2 ਜਾਂ 3 ਗਾਣੇ ਐਵਰੇਜ ਦਿੱਤੇ ਨੇ ਤਾਂ ਮੇਰੇ ਖਿਆਲ ਨਾਲ 30+ ਗਾਣੇ ਸੁਪਰ ਡੁਪਰ ਹਿੱਟ ਦਿੱਤੇ, ਜਿਹੜੇ ਅੱਜ ਵੀ ਚੈਨਲਸ ਦੇ ਉੱਤੇ ਚੱਲਦੇ ਨੇ, ਬੈਕ ਟੂ ਬੈਕ ਚੱਲਦੇ ਨੇ, 4-4 ਸਾਲ ਪੁਰਾਣੇ। ਸੋ ਮਾਣ ਨਹੀਂ ਕਰ ਰਹੀ, ਲੇਕਿਨ ਓਵਰ ਯੂਜ਼ ਦਾ ਮਤਲਬ ਇਹ ਹੋ ਗਿਆ ਕਿ ਸਿੰਗਰ ਜਿਹੜੇ ਟੌਪ ਸਿੰਗਰਸ ਬੈਠੇ ਨੇ ਉਹਨਾਂ ਨੂੰ 20 ਇਅਰਸ ਹੋ ਗਏ ਇੰਡਸਟਰੀ 'ਚ ਬੈਠੇ ਨੂੰ, ਉਹਨਾਂ ਦੀ ਸਾਲ ਦੇ ਵਿੱਚ 3 ਫਿਲਮਾਂ ਆ ਰਹੀਆਂ, ਫੁੱਲ ਐਲਬਮਸ ਆ ਰਹੀਆਂ ਨੇ, ਦੈਟ ਮੀਨਸ ਉਹ ਵੀ ਓਵਰ ਯੂਜ਼ਡ ਹੋ ਗਏ। ਓਵਰ ਯੂਜ਼ ਦਾ ਮਤਲਬ ਦੀਪਿਕਾ ਪਾਡੂਕੋਨ ਜਾਂ ਕੋਈ ਵੀ ਵੱਡੀ ਐਕਟਰੈਸ, ਦੀਪਿਕਾ ਪਾਡੂਕੋਨ ਨੂੰ ਜੋ ਮੇਬੀ ਸ਼ਾਇਦ ਜੋ ਮੈਂ ਸਟੱਡੀ ਕੀਤੀ 10 ਸਾਲ ਹੋ ਗਏ ਇੰਡਸਟਰੀ 'ਚ ਆਏ ਨੂੰ, ਓਮ ਸ਼ਾਂਤੀ ਓਮ ਤੋਂ ਅੱਜ ਆਪਾਂ ਕਹੀਏ ਪਦਮਾਵਤ ਤੱਕ, ਹੁਣ ਆਪਾਂ ਓਵਰ ਯੂਜ਼ ਨਹੀਂ ਕਹਿੰਦੇ, ਹੁਣ ਆਪਾਂ ਵੈਲ ਗਰੂਮਡ, ਵੈਲ ਐਕਸਪੀਰੀਅੰਸਡ ਆਰਟਿਸਟ ਕਹਿੰਦੇ। ਡੇ ਬਾਈ ਡੇ ਇੱਕ ਕੋਈ ਵੀ ਡਾਇਰੈਕਟਰ ਨੇ ਅਗਰ ਫਿਲਮ ਬਣਾਈ ਹੋਊਗੀ ਉਹਨੂੰ ਵੀ ਨੈਗੇਟਿਵ ਰਿਵਿਊਜ਼ ਮਿਲੇ ਹੋਣਗੇ, ਨੈਕਸਟ ਫਿਲਮ ਦੇ ਵਿੱਚ ਉਹਨੇ ਇੰਪਰੂਵ ਕੀਤਾ ਹੋਣਾ, ਉਹ ਵੀ ਸੁਪਨਾ ਰੱਖਦਾ ਹੈ ਕਿ ਮੈਂ ਇੱਕ ਦਿਨ ਵੱਡਾ ਪ੍ਰੋਜੈਕਟ ਕਰੂੰਗਾ। ਸੰਜੇ ਲੀਲਾ ਬੰਸਾਲੀ, ਯਸ਼ ਰਾਜ, ਉਹਨਾਂ ਦੀ ਉਮਰਾਂ ਨਿਕਲ ਗਈਆਂ, ਦੈਟ ਮੀਨਸ ਓਵਰ ਯੂਜ਼ਡ ਹੋ ਗਏ। ਸੋ ਆਈ ਥਿੰਕ ਜਿਹੜੇ ਡਾਇਰੈਕਟਰ ਬੋਲ ਰਹੇ ਨੇ ਉਹ ਪ੍ਰੋਡਕਸ਼ਨ ਹਾਊਸਿਸ ਡਾਇਰੈਕਟ ਜਾਂ ਸਿੰਗਰਸ ਲਈ ਵੀ ਓਵਰ ਯੂਜ਼ਡ ਨੇ। ਸੋ ਫਿਰ ਆਈ ਥਿੰਕ ਉਹਨਾਂ ਕੰਪਨੀਜ਼ ਨੂੰ ਵੀ ਨਵੇਂ ਡਾਇਰੈਕਟਰ ਦੇਖਣੇ ਚਾਹੀਦੇ ਔਰ ਮੌਕਾ ਦੇਣਾ ਚਾਹੀਦਾ, ਓਬਵੀਅਸਲੀ ਦੇਣਾ ਚਾਹੀਦਾ। ਬਹੁਤ ਨਵੇਂ ਡਾਇਰੈਕਟਰ ਬੈਠੇ ਨੇ ਜਿਨ੍ਹਾਂ ਨੇ ਪ੍ਰੋਪਰਲੀ ਡਾਇਰੈਕਸ਼ਨ 'ਚ ਸਟੱਡੀ ਕੀਤੀ ਹੈ, ਔਰ ਆਈ ਥਿੰਕ ਕੰਪਨੀਜ਼ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਔਰ ਰਹੀ ਗੱਲ ਫਿਲਮਸ ਦੀ, ਜਦੋਂ ਮੇਰੇ ਸਾਹਮਣੇ 2 ਵਾਰ ਯੈਸ ਇਹ ਗੱਲ ਆਈ ਹੈ ਕਿ ਸਾਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ, ਕੋਈ ਵੀ ਮਾਡਲ ਹੈ ਕਿਉਂਕਿ ਉਹਨੂੰ ਕਿਹਾ ਜਾਂਦਾ ਜਾਂ ਤਾਂ ਉਹਨੂੰ ਸੈਕੰਡ ਲੀਡ ਦਿੱਤੀ ਜਾਂਦੀ ਹੈ ਜੋ ਉਹਨੂੰ ਕੋਈ ਕਰੈਕਟਰ ਰੋਲ ਦਿੱਤਾ ਜਾਂਦਾ ਹੈ। ਮੈਂ ਇੱਕ ਪੁਆਇੰਟ ਦੇ ਉੱਤੇ ਆ ਕੇ ਆਪਣੇ ਆਪ ਨੂੰ ਇਸ ਸਭ ਤਰੀਕੇ ਬਣਾ ਲਿਆ ਕਿ ਮੈਨੂੰ ਫਿਲਮਸ ਦੀ ਜ਼ਰੂਰਤ ਨਹੀਂ। ਤੁਸੀਂ ਕੀਤੀਆਂ ਹੋਈਆਂ 2 ਸਾਡਾ ਤੇ 2 ਓਬਵੀਅਸਲੀ ਉਸ ਵੇਲੇ ਕੀਤੀਆਂ ਸੀਗੀਆਂ ਜਦੋਂ ਮੈਂ 19 ਸੀ, ਠੀਕ ਹੈ। ਉਦੋਂ ਤੁਹਾਨੂੰ ਨਹੀਂ ਪਤਾ ਚੱਲਦਾ ਕਿ ਕੀ ਕਰਨਾ ਚਾਹੀਦਾ ਕੀ ਨਹੀਂ, ਬੰਦਾ ਐਕਸਪੀਰੀਅੰਸ ਨਾਲ ਹੀ ਵੱਡਾ ਹੁੰਦਾ ਹੈ। ਮੈਨੂੰ ਉਸ ਵੇਲੇ ਲੱਗਿਆ ਕਿ ਚਾਈਲਡਿਸ਼ ਬॉयਜ਼ ਹੈ ਜਾਂ ਮੈਨੂੰ ਹਾਲੇ ਐਕਟ ਕਰਨ ਦਾ ਨਹੀਂ ਪਤਾ ਜਾਂ ਕੁਝ, ਮੈਂ ਟਿਲ ਦੈਨ ਇਹ ਸੋਚਿਆ ਬ੍ਰੇਕ ਲਗਾ ਕੇ, ਜੇ ਇੱਕ ਜਨੂਨ ਹੁੰਦਾ ਨਾ ਨਹੀਂ ਫਿਲਮ ਮਿਲ ਗਈ ਫਿਲਮ ਹੈ ਨਾ, ਪਤਾ ਹੁੰਦਾ ਨਹੀਂ ਕਿ ਹੋਣਾ ਕੀ ਹੈ, ਬਟ ਫਟਾਫਟ 3 ਫਿਲਮਾਂ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਨਹੀਂ, ਜਦ ਤੱਕ ਮੈਂ ਆਪਣੇ ਆਪ ਨੂੰ ਅੰਦਰੋਂ ਨਹੀਂ ਨਾ ਸੋਚਦੀ ਕਿ ਯੈਸ ਮੈਨੂੰ ਕਰਨੀ ਚਾਹੀਦੀ, ਬਟ ਜਦੋਂ ਫਿਰ ਆਹ ਸਟੇਟਮੈਂਟਸ ਆਉਣ ਲੱਗ ਗਈਆਂ ਤੇ ਮੈਂ ਅਗਰ ਮਿਹਨਤ ਮੈਂ ਵੀ ਇਕੁਅਲੀ ਕਰ ਰਹੀ ਹਾਂ, ਠੀਕ ਹੈ। 6 ਮਹੀਨੇ ਜਦੋਂ ਕੋਈ ਬੰਦਾ ਘਰੇ ਬੈਠੂਗਾ ਉਹਨੂੰ ਗਾਣਾ ਨਹੀਂ ਵਧੀਆ ਆਫਰ ਹੋਊਗਾ ਕਿਉਂਕਿ ਮੈਂ ਆਪਣੇ ਫੈਨਸ ਨੂੰ ਵਧੀਆ ਗਾਣਾ ਦੇਣਾ ਆ। 7 ਮਹੀਨੇ ਜਦੋਂ ਤੁਹਾਨੂੰ ਕੋਈ ਇੱਕ ਉੱਦਾਂ ਦਾ ਗਾਣਾ ਆਫਰ ਨਹੀਂ ਹੁੰਦਾ ਕਿ ਤੁਸੀਂ ਸੈਟਿਸਫਾਈ ਫੀਲ ਕਰੋ, ਡਿਪਰੈਸ਼ਨ ਮੈਨੂੰ ਵੀ ਇਕੁਅਲੀ ਓਨਾ ਹੀ ਆਉਂਦਾ ਹੈ ਕਿਉਂਕਿ ਜਦੋਂ ਬਾਕੀ ਕੁੜੀਆਂ ਅੱਗੇ ਵੱਧਦੇ ਦੇਖ ਰਹੇ ਟਾਈਮ ਲੱਗਾ। ਹੋਰ ਵੀ ਮਾਡਲਸ ਹੈਗੀਆਂ ਜਿਹੜੀ ਸਡਨਲੀ ਸਿੰਗਰ ਬਣ ਗਈਆਂ, ਵਾਈ ਸੱਚ ਅ ਟ੍ਰਾਂਜੀਸ਼ਨ ਸਡਨਲੀ? ਕਿਉਂਕਿ ਇੱਕ ਪੁਆਇੰਟ ਤੋਂ ਬਾਅਦ ਆ ਕੇ ਉਹ ਰਿਅਲਾਈਜ਼ ਕਰ ਰਹੀਆਂ ਨੇ ਕਿ ਹਾਂਜੀ ਸਿੰਗਰਸ ਨੂੰ ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਕਿਸੇ ਮਾਡਲ ਨੂੰ ਤੁਸੀਂ ਬਾਲੀਵੁੱਡ ਦੇ ਵਿੱਚ ਫਿਲਮ ਇੰਡਸਟਰੀ ਅਲੱਗ ਹੈ, ਮਿਊਜ਼ਿਕ ਇੰਡਸਟਰੀ ਅਲੱਗ ਹੈ। ਐਬਸੋਲੂਟਲੀ। ਤਾਂ ਮੈਂ ਤਾਂ ਸਮ ਟਾਈਮ ਇਹ ਸੋਚਦੀ ਹਾਂ ਕਿ ਅਵਾਰਡ ਫੰਕਸ਼ਨ ਵੀ ਇਕੱਠੇ ਹੀ ਕਰਾ ਦੇਣੇ ਚਾਹੀਦੇ, ਕਿਉਂ ਇੰਨਾ ਪੈਸਾ ਵੇਸਟ ਹੁੰਦਾ। ਮਿਊਜ਼ਿਕ ਐਂਡ ਫਿਲਮ ਅਵਾਰਡ ਇਕੱਠੇ ਕਰਾ ਦੇਣੇ ਚਾਹੀਦੇ ਨੇ ਬਿਕਾਜ਼ ਉੱਥੇ ਵੀ ਸਿੰਗਰਸ ਇੱਥੇ ਵੀ ਫੀਮੇਲ ਸਿੰਗਰ ਨੂੰ ਟੌਪ ਨੌਚ ਸਿੰਗਰਸ ਫੀਮੇਲ ਸਿੰਗਰਸ ਨੂੰ ਉਹਨਾਂ ਨੂੰ ਫਿਲਮਸ ਆਫਰ ਕੀਤੀਆਂ ਜਾ ਰਹੀਆਂ ਬੈਕ ਟੂ ਬੈਕ, ਕਿਉਂ? ਕਿਉਂਕਿ ਸਿੰਗਰ ਦਾ ਟੈਗ ਲੱਗਿਆ। ਸੋ ਉਹਨਾਂ ਨੇ ਇਮੇਜ ਬਣਾਤੀ ਕਿ ਇਟਸ ਅ ਸਿੰਗਰ ਓਰੀਐਂਟਡ ਸਟੇਜ, ਹਰ ਜਗ੍ਹਾ ਸਿੰਗਰ ਹੀ ਚੱਲੂਗਾ, ਸਿੰਗਰ ਨੂੰ ਐਡਸ ਮਿਲਣਗੇ। ਪੈਸਾ ਕੌਣ ਨਹੀਂ ਕਮਾਉਣਾ ਚਾਹੁੰਦਾ, ਓਬਵੀਅਸਲੀ ਹਰ ਕੋਈ ਕਮਾਉਣਾ ਚਾਹੁੰਦਾ। ਤਾਂ ਫਿਰ ਅਗਰ ਕੋਈ ਆਪਣਾ ਫੀਲਡ ਵਧਾਉਣ ਵਾਸਤੇ ਕੋਈ ਵੀ ਰਾਹ ਚੁਣਦਾ ਆ ਤਾਂ ਗਲਤ ਨਹੀਂ ਹੈਗਾ। Wow, I mean, I think बड़ा परे हुए सी तो सी. I'm happy that you're talking. It's basically disappointed, yes, right? Interviews बहुत rare दिन नहीं है, but मैं तो वो नहीं ਹੁੰਦਾ ਹੈਗਾ। Oh, thank you so much. Like नहीं, जो चीज़ हैगी है मैं face ਕੀਤੀ ਉਹ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ। There's a lot of disappointment inside Himanshi Khurrana at this point of time. ਨਹੀਂ disappointment ਨਹੀਂ, disappointment ਉਦੋਂ ਹੋਊਗੀ ਜਦੋਂ ਮੈਂ ਆਪਣੇ ਆਪ ਤੋਂ give up ਕਰ ਦੂੰਗੀ ਕਿ ਹਾਂਜੀ। But ਕੀ ਹੁੰਦਾ ਹੈ ਹਰ ਕੋਈ ਬੰਦਾ ਪੈਸਾ ਆ ਜਾਂਦਾ ਹੈ, ਮੇਬੀ ਜਦੋਂ ਬੰਦਾ ਸਟਰਗਲਿੰਗ ਟਾਈਮ 'ਚ ਹੁੰਦਾ ਹੈ ਭੁੱਖੇ ਰਹਿ ਕੇ ਵੀ ਸ਼ੂਟ ਕਰ ਲੈਂਦਾ। ਕੀਤੇ ਨੇ ਮੈਂ ਕੀਤੇ ਨੇ 2-2 ਦਿਨ ਟਰੈਵਲ ਕਰਕੇ ਵੀ, ਬੱਸਾਂ 'ਚ ਟਰੈਵਲ ਕਰਕੇ ਵੀ, ਬਟ ਇੱਕ ਪੁਆਇੰਟ ਤੇ ਜਦੋਂ ਤੁਸੀਂ 8 ਸਾਲ ਇੰਡਸਟਰੀ 'ਚ ਕੰਮ ਕੀਤਾ ਫਿਰ ਵੀ ਸੈਲਫ ਰਿਸਪੈਕਟ ਨੂੰ ਲੈ ਕੇ ਕੁਐਸਚਨ ਉੱਠਦੇ ਨੇ ਕਿਉਂਕਿ ਕੋਈ ਵੀ ਵੈਲ ਨੋਨ ਆਰਟਿਸਟ ਹੈ ਉਹ ਇਹ ਕਹਿ ਦਿੰਦਾ ਜੀ ਮੈਂ ਵੱਡਾ ਆਰਟਿਸਟ ਹਾਂ, ਮੈਂ ਵੱਡਾ ਸਟਾਰ ਹਾਂ, ਉਹ ਸ਼ੋਜ਼ ਤੱਕ ਛੱਡੇ ਆਉਂਦੇ ਨੇ। ਬਟ ਮੈਂ ਆਪਣੇ ਕੰਮ ਨੂੰ ਲੈ ਕੇ ਆਪਣੀ ਹਰ ਚੀਜ਼ ਨੂੰ ਲੈ ਕੇ ਸਹੀ ਰਹੀ ਹਾਂ, ਠੀਕ ਹੈ। ਮਤਲਬ ਜੋ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਐਜ਼ ਅ ਆਰਟਿਸਟ ਮੈਂ ਨਖਰੇ ਨਹੀਂ ਦਿਖਾਉਂਦੀ, ਐਡਜਸਟਮੈਂਟ ਕਰ ਲਈ, ਬਟ ਸਟਿਲ ਅਗਰ ਆਪਣੀ ਸੈਲਫ ਰਿਸਪੈਕਟ ਲਈ ਮੈਂ ਲੜ ਰਹੀ ਹਾਂ ਗਲਤ ਨਹੀਂ ਹੈਗੀ। ਓਰੀਜਨਲ ਹੋਣਾ ਕੋਈ ਗਲਤ ਗੱਲ ਨਹੀਂ ਹੈ। So that's one verdict coming from Himanshi Khurrana. Himanshi, coming back to high standard, ਤੁਸੀਂ ਇਸ ਤੋਂ
ਇਸ ਗਾਣੇ ਤੋਂ ਪਹਿਲਾਂ ਰਿਆਜ਼ ਕੀਤਾ ਆਫੀਸ਼ੀਅਲੀ? ਡਿਡ ਯੂ ਲਰਨ ਦ ਸਾਰੇਗਾਮਾ ਆਰ ਯੂ ਵੈਲ ਵਰਸਡ ਵਿਦ ਦ ਨੋਟਸ ਕਿ ਪਿਆਨੋ ਤੇ ਕੈਸੀਓ ਤੇ ਸਮਥਿੰਗ ਹਾਰਮੋਨੀਅਮ ਤੇ? honestly ਜਦੋਂ ਮੇਰੇ ਇੱਕ ਹੁੰਦਾ ਹੈ ਕਿ ਇੱਕ ਆਰਟਿਸਟ ਦੇ ਵਿੱਚ ਪੂਰਾ ਭਰ ਦਿੱਤਾ ਜਾਵੇ ਕਿ ਤੁਹਾਨੂੰ ਇੱਦਾਂ ਬਣਾ ਦਾਂਗੇ, ਤੁਹਾਨੂੰ ਇੱਦਾਂ ਬਣਾਵਾਂਗੇ। ਆਰਟਿਸਟ ਇੱਕ ਬਹੁਤ ਜ਼ਿਆਦਾ ਇਮੈਜਿਨਰੀ ਪਰਸਨ ਹੁੰਦਾ ਹੈ ਨਾ, ਦੂਸਰੀ ਦੁਨੀਆ ਤੋਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਦਾ ਹੈ, ਕਿਉਂਕਿ ਉਹਦਾ ਇਮੋਸ਼ਨ ਜਿਹੜੇ ਹੁੰਦੇ ਕੀਪ ਔਨ ਫਲਕਚੁਏਟ ਕਰਦੇ ਰਹਿੰਦੇ ਆ ਕਿਉਂਕਿ ਕੈਮਰੇ ਦੇ ਸਾਹਮਣੇ ਵੀ। ਸੋ ਉਸ ਵੇਲੇ ਮੈਨੂੰ ਇੱਦਾਂ ਹੋ ਗਿਆ ਕਿ ਵਾਓ, ਮੇਬੀ ਸ਼ਾਇਦ ਮੇਰੀ ਲਾਈਫ ਹੈ ਜਿਹੜੀ ਨੈਕਸਟ ਲੈਵਲ 'ਤੇ ਪਹੁੰਚ ਚੁੱਕੀ। ਅਤੇ ਮੈਂ ਲੁਧਿਆਣੇ ਸ਼ੁਰੂ ਕੀਤਾ ਵੋਇਸ ਨੂੰ ਕਰੈਕਟ ਕਰਨੀ। ਮੈਂ ਇਹ ਨਹੀਂ ਕੀਤਾ ਕਿ ਮੈਂ ਬਹੁਤ ਜ਼ਿਆਦਾ ਸਰਗਮਾ ਸਿੱਖਾਂ ਜਾਂ ਮੈਂ ਬਹੁਤ ਜ਼ਿਆਦਾ ਆਪਣੀ ਵੋਇਸ ਨੂੰ ਸਟਰੈਸ ਦੇਵਾਂ। ਜੋ ਸਿੰਪਲੀ ਜੋ ਹੋਣਾ ਚਾਹੀਦਾ, ਮੈਨੂੰ ਨੌਲੇਜ ਹੋਣੀ ਚਾਹੀਦੀ ਆ, ਨੋਟਸ ਦੀ ਨੌਲੇਜ ਹੋ ਗਈ ਹੈ ਨਾ, ਆਪਣਾ ਕੀਪੈਡ 'ਤੇ ਕਿੱਦਾਂ, ਕੀਬੋਰਡ 'ਤੇ ਆਪਾਂ ਕਿੱਦਾਂ ਪਰਫੋਰਮ ਕਰਦੇ ਹਾਂ ਜਾਂ ਸ਼ੋਜ਼ ਦੇ ਉੱਤੇ, ਕਿਉਂਕਿ ਆਪਾਂ ਜਦੋਂ ਜਾਣਦੇ ਹਾਂ ਆਪਾਂ ਨੂੰ ਨੋਟਸ ਦੀ ਸਮਝ ਹੋਣੀ ਚਾਹੀਦੀ ਹੈ। ਯੈਸ, ਉਨੀ ਕੁ ਬੇਸਿਕ ਮੈਂ ਨੌਲੇਜ ਲਈ ਹੈ। ਗਿਟਾਰ ਸਿੱਖਿਆ, ਗਿਟਾਰ 6 ਮਹੀਨੇ ਮੈਂ ਗਿਟਾਰ ਸਿੱਖਿਆ। ਨੋਟ ਰੀਅਲੀ, ਬਟ ਕਿਉਂਕਿ ਇੱਕ ਗਿਟਾਰ ਜਿਹੜਾ ਥਰਡ ਸਭ ਤੋਂ ਟਫੈਸਟ ਇੰਸਟਰੂਮੈਂਟ ਹੈ ਅਤੇ ਉਹ 6 ਮਹੀਨੇ ਦੇ ਵਿੱਚ ਨਹੀਂ ਆਊਗਾ। ਬਟ ਯੈਸ, ਮੈਨੂੰ ਨੋਟਸ ਦੀ ਨੌਲੇਜ ਹੋ ਗਈ ਹੈ ਨਾ। ਅਤੇ ਲਗਾਤਾਰ ਸ਼ੂਟ ਕਰਨ ਦੀ ਵਜ੍ਹਾ ਨਾਲ ਫਿਰ ਉਹ ਰੂਟੀਨ ਵੀ ਟੁੱਟ ਜਾਂਦੀ, ਕਿਉਂਕਿ ਜਦੋਂ ਤੱਕ ਤੁਸੀਂ ਸਟਾਰਟ ਕਰਦੇ ਹੋ ਤੁਸੀਂ ਟਾਈਮ ਦੇ ਦਿੰਦੇ ਹੋ, ਬਟ ਕੀਪ ਔਨ ਨਾਲ ਦੀ ਨਾਲ ਮੇਰਾ ਇੱਕ ਪਰਸਿਊ ਕਰ ਰਹੀ ਹਾਂ ਜਿਹੜਾ ਮੈਂ ਕੰਮ ਆ ਨਾ, ਉਹਦੇ ਵੱਲ ਵੀ ਧਿਆਨ ਦੇਣਾ ਪੈਂਦਾ। ਕੀ ਕਰ ਰਹੇ ਹੋ ਤੁਸੀਂ ਨਾਲ? ਮੋਡਲਿੰਗ ਓਬਵੀਅਸਲੀ, ਹਾਂਜੀ। ਅਤੇ ਕਿਉਂਕਿ ਮੈਂ ਅਗਰ ਸਾਲ ਵੀ ਗਾਇਬ ਰਹੂੰਗੀ ਉਹ ਮੇਰੀ ਜਗ੍ਹਾ ਕੋਈ ਹੋਰ ਲੈ ਲੂਗਾ, ਤਾਂ ਜਿਹੜੀ ਚੀਜ਼ ਮੈਂ ਨਾਲ ਨਾਲ ਕਰਨਾ ਚਾਹੁੰਦੀ ਉਹ ਤਾਂ ਚੱਲ ਰਹੀ ਹੈ। ਅਤੇ ਜਿਹੜਾ ਮੇਰਾ ਮੇਨ ਰਿਸਪੋਂਸਿਬਿਲਿਟੀ ਹੈ, ਜਿਸ ਚੀਜ਼ ਕਰਕੇ ਮੈਂ ਮਿਹਨਤ ਕੀਤੀ ਹੈ, ਮੈਂ ਉਹ ਚੀਜ਼ ਕਦੇ ਨਹੀਂ ਛੱਡੂੰਗੀ। ਸੋ ਕੱਲ੍ਹ ਨੂੰ ਜੇ ਕੋਈ ਸਪਾਂਸਰ ਕਹਿੰਦਾ ਹੈ ਕਿ ਹਿਮਾਂਸ਼ੀ ਖੁਰਾਨਾ ਅਸੀਂ ਤੁਹਾਡਾ ਵਰਲਡ ਟੂਰ ਕਰਾਉਣਾ ਚਾਹੁੰਦੇ ਹਾਂ, ਠੀਕ ਹੈ, ਸੋ ਦੈਨ ਯੂ ਹੈਵ ਟੂ ਬੀ ਵਿਦ ਅਸ ਲਾਈਕ 6 months, ਪਿੱਛੇ ਤਾਂ ਤੁਸੀਂ ਗੈਪ ਛੱਡ ਕੇ ਜਾ ਰਹੇ ਹੋ, ਯੂ ਨੋ ਦੇयर इज अ void, so there are chances ਕਿ ਕੋਈ ਮਾਡਲ ਆ ਜਾਵੇ ਇਨ ਦ ਬਿਗ ਫਰੇਮ। ਆਰ ਯੂ ਪ੍ਰੀਪੇਅਰਡ ਫॉर दैट? ਦੈਟਸ ਵਾਈ ਮੈਂ ਆਪਣੇ ਕੰਮ ਕਰਨ ਦਾ ਤਰੀਕਾ ਐਸਾ ਚੂਜ਼ ਕੀਤਾ ਕਿ ਕਦੇ ਕਿਸੇ ਨੂੰ ਐ ਨਾ ਲੱਗੇ ਕਿ ਹਿਮਾਂਸ਼ੀ ਆਊਟ ਆਫ ਇੰਡਸਟਰੀ ਹੋ ਗਈ ਹੈ। ਲਾਈਕ ਮੈਂ ਸੋਚ ਗਾਣੇ ਤੋਂ 1 ਸਾਲ ਬਾਅਦ ਗਾਣਾ ਕੀਤਾ, ਬਟ ਉਹ ਅਜੇ ਵੀ ਚੱਲ ਰਿਹਾ ਸੀ, ਉਹ ਅੱਜ ਵੀ ਚੱਲ ਰਿਹਾ, ਇਨਸੋਮਨੀਆ ਕੀਤਾ। ਫਿਰ ਆਫਟਰ ਦੈਟ 6 ਮਹੀਨੇ ਬਾਅਦ ਫਿਰ ਇੱਕ ਗਾਣਾ ਕੀਤਾ। ਹਿਮਾਂਸ਼ੀ ਨੇ ਗਾਣੇ ਐਸੇ ਚੂਜ਼ ਕੀਤੇ ਵੀ ਅਗਰ ਕੋਈ ਫੀਮੇਲ ਮਾਡਲ 50 ਗਾਣੇ ਵੀ ਕਰ ਰਹੀ ਆ, ਮੈਂ ਉਹਦੇ ਬਦਲੇ ਇੱਕ ਗਾਣਾ ਐਸਾ ਸੁੱਟਿਆ ਜਿਹੜਾ ਉਸ ਮਤਲਬ ਇੱਕ ਗਾਣਾ ਇਨਫ ਹੈ ਮਤਲਬ ਯਾਦ ਰੱਖਣ ਵਾਸਤੇ। ਸੋ ਅਗਰ 6 ਮਹੀਨੇ ਲਈ ਮੈਂ ਆਊਟ ਆਫ ਇੰਡਸਟਰੀ ਹੁੰਨੀ ਵੀ ਹੈ ਤਾਂ ਲੋਕਾਂ ਨੂੰ ਇਹੀ ਲੱਗੂਗਾ ਕਿ ਯੈਸ ਹਿਮਾਂਸ਼ੀ ਕੁਝ ਅੱਛੇ ਅਗਲੇ ਪ੍ਰੋਜੈਕਟ ਦੀ ਵੇਟ 'ਚ ਹੈ। ਰਾਈਟ। ਅਗਰ ਮੈਂ ਰੈਗੂਲਰ ਕੰਮ ਕਰਕੇ ਫਿਰ 6 ਮਹੀਨੇ ਮੈਂ ਬ੍ਰੇਕ ਲੈਂਦੀ, ਫਿਰ ਸਭ ਨੂੰ ਲੱਗਦਾ ਕਿ ਯੈਸ ਹਿਮਾਂਸ਼ੀ ਦਾ ਟਾਈਮ ਓਵਰ ਹੋ ਗਿਆ। ਬਟ ਨਹੀਂ, ਮੇਰੇ ਕੰਮ ਕਰਨ ਦਾ ਤਰੀਕਾ ਹੌਲੀ ਹੌਲੀ ਸਮਝ ਆਇਆ ਲੋਕਾਂ ਨੂੰ। ਬਟ ਅੱਜ ਇੱਕ ਇੱਦਾਂ ਦਾ ਬਣ ਗਿਆ ਕਿ ਚਾਹੇ ਕੋਈ ਕੰਮ ਜਿੱਦਾਂ ਮਰਜ਼ੀ ਕਰੀ ਜਾਵੇ, ਬਟ ਜਿਹੜੀ ਹਿਮਾਂਸ਼ੀ ਨੇ ਆਪਣੀ ਅਲੱਗ ਤੋਂ ਇੱਕ ਲੋਕਾਂ ਸਾਹਮਣੇ ਆਪਣੇ ਕੰਮ ਕਰਨ ਦਾ ਤਰੀਕਾ ਸਮਝਾਤਾ, ਉਹ ਕਦੇ ਵੀ ਮਤਲਬ ਮੈਨੂੰ ਉਸ ਜਗ੍ਹਾ 'ਤੇ ਲੈ ਕੇ ਨਹੀਂ ਜਾ ਸਕਦਾ ਕਿ ਲੋਕ ਸੋਚਣ ਹਾਂਜੀ ਨਹੀਂ ਹਿਮਾਂਸ਼ੀ ਤਾਂ ਹੁਣ ਨਹੀਂ ਕੁਝ ਕਰ ਰਹੀ ਹੈ। ਓਬਵੀਅਸਲੀ ਅਗਰ ਮੈਂ ਟਾਈਮ ਲੈ ਰਹੀ ਹਾਂ ਤਾਂ ਕੁਝ ਵਧੀਆ ਕਰਨ ਲਈ ਲੈ ਰਹੀ ਹਾਂ। ਸੋ ਇਸੇ ਟਾਈਮ ਦੇ ਵਿੱਚ ਅਸੀਂ ਥੋੜੇ ਮਹੀਨੇ ਪਹਿਲਾਂ ਦੇਖਿਆ ਕਿ ਪ੍ਰਿਆ ਪ੍ਰਕਾਸ਼ ਦੇ ਬਾਅਦ ਤੁਹਾਡੀ ਕਾਫੀ ਚਰਚਾ ਹੋਈ ਸੋਸ਼ਲ ਮੀਡੀਆ ਤੇ, ਯੂ ਵੈਂਟ ਵਾਇਰਲ ਸਡਨਲੀ, ਜਦ ਕਿ ਤੁਹਾਡੀਆਂ ਪਿਕਚਰਸ ਦੇ ਵਰ ਔਨ ਦੀ ਇੰਟਰਨੈਟ, ਯੂ ਨੋ ਵੀ ਹੈਡ ਬੀਨ ਅਪਰੀਸ਼ੀਏਟਿੰਗ ਯੋਰ ਫੋਟੋ ਸ਼ੂਟ। all of a sudden ਕਿੱਥੋਂ ਧਿਆਨ ਆ ਗਿਆ ਇੰਨੇ ਸਾਰੇ ਫੋਟੋਜ਼ ਨੂੰ ਕਿ ਹਿਮਾਂਸ਼ੀ ਖੁਰਾਨਾ is there in Punjab and she is the one who's very pretty, the most beautiful girl they said in India you are? I don't know, ਮੈਂ ਘਰ ਬੈਠੀ ਸੀਗੀ, ਮੈਨੂੰ ਮਤਲਬ ਸਕਰੀਨਸ਼ਾਟ ਆਉਣੇ ਸ਼ੁਰੂ ਹੋਏ ਤੇ ਅਸੀਂ ਜਦੋਂ ਫਿਰ ਹੈਸ਼ਟੈਗ ਚੈੱਕ ਕੀਤਾ, ਗੂਗਲ ਚੈੱਕ ਕੀਤਾ, ਮੇਰੇ ਖਿਆਲ ਨਾਲ ਮੈਂ ਸ਼ੇਅਰ ਵੀ ਕੀਤਾ। ਆਈ ਵਾਜ਼ ਸੋ ਹੈਪੀ। ਲਾਈਕ ਕਈਆਂ ਨੇ ਕਿਹਾ ਕਿ ਕਿਉਂ ਮਤਲਬ ਕੰਪੇਅਰ ਕਰ ਰਹੇ ਹੋ, ਜਗਰ ਤੁਹਾਨੂੰ ਫੇਮ ਮਿਲਦਾ, ਇੱਕ ਪੋਜ਼ਿਟਿਵ ਫੇਮ ਮਿਲਦਾ, ਨੈਗੇਟਿਵ ਨੂੰ ਤਾਂ ਓਬਵੀਅਸਲੀ ਆਪਾਂ ਵੀ ਅਸੀਂ ਵੀ ਡਿਪਰੈਸ ਹੁੰਦੇ ਹਾਂ, ਪੋਜ਼ਿਟਿਵ ਫੇਮ ਮਿਲਦਾ ਤੇ ਕਿਉਂ ਨਾ ਮੈਂ ਉਸ ਚੀਜ਼ ਨੂੰ ਸ਼ੇਅਰ ਕਰਾਂ। ਓਬਵੀਅਸਲੀ ਖੁਸ਼ੀ ਆ। ਕਈਆਂ ਨੇ ਇਹ ਵੀ ਕਿਹਾ ਕਿ ਇਹ ਇੱਕ ਪੇਡ ਪ੍ਰਮੋਸ਼ਨ ਸੀਗੀ, ਵਾਸ ਡਨ ਚੋਇਸ। ਪੇਡ ਪ੍ਰਮੋਸ਼ਨ ਅੱਜ ਤੱਕ ਮੈਂ ਇੱਕ ਪੈਸਾ ਨਹੀਂ ਖਰਚਿਆ ਕਿਸੇ ਇੰਟਰਵਿਊ ਲਈ, ਕਿਸੇ ਆਰਟੀਕਲ ਵਾਸਤੇ, ਕਿਉਂਕਿ ਮੈਂ ਬਿਲੀਵ ਕਰਦੀ ਹਾਂ ਕਿ ਇੰਨਾ ਕੁ ਵਧੀਆ ਕੰਮ ਕਰੋ ਕਿ ਉਹ ਕਿਸੇ ਦੀ ਨਿਗਾਹ ਤੋਂ ਹੋ ਕੇ, ਲਾਈਕ ਮੈਂ ਬਿਲੀਵ ਕਰਦੀ ਹਾਂ ਜਿਹੜੇ ਆਪਾਂ ਇੰਸਪੀਰੇਸ਼ਨਲ ਕੋਟਸ ਪੜ੍ਹਦੇ ਹਾਂ ਜਾਂ ਰੱਬ ਨੂੰ ਲੈ ਕੇ ਜਾਂ ਆਪਾਂ ਆਪਣੇ ਸਪਿਰਿਚੁਅਲਿਟੀ ਨੂੰ ਲੈ ਕੇ ਜੋ ਚੀਜ਼ਾਂ ਆਪਾਂ ਬਚਪਨ 'ਚ ਸਿੱਖਦੇ ਹਾਂ, ਉਹ ਮੈਂ ਇੰਨਾ ਕਹਿ ਸਕਦੀ ਹਾਂ 200% ਉਹ ਸੱਚ ਹੁੰਦੀਆਂ ਨੇ, ਕਿਉਂਕਿ ਉਹ ਮੇਰੇ ਨਾਲ ਹੋਈਆਂ ਨੇ, ਬਿਲਕੁਲ ਹੋਈਆਂ ਨੇ। ਮੈਂ ਆਪਣੇ ਆਪ ਨੂੰ ਐਜ਼ ਇੱਦਾਂ ਦੀ ਫੀਮੇਲ ਬਣਾਉਣਾ ਚਾਹੁੰਦੀ ਸੀ ਕਿ ਮੈਂ ਸਾਰਿਆਂ ਦੇ ਵਿੱਚ ਜਾ ਕੇ ਖੜੀ ਹੋ ਜਾਵਾਂ। ਬਹੁਤ ਸਾਰੀ ਪ੍ਰੋਬਲਮਸ ਆਈਆਂ ਕਿ
ਬਹੁਤ ਕੀਤਾ। ਕਿਉਂ? ਕਿਉਂਕਿ ਮੈਂ ਉਹਨਾਂ ਦੇ ਤਰੀਕੇ ਨਾਲ ਨਹੀਂ ਚੱਲਣਾ ਚਾਹੁੰਦੀ ਸੀ। ਮੇਰੇ ਸੋਸ਼ਲ ਮੀਡੀਆ ਬਾਰ-ਬਾਰ ਡਿਲੀਟ ਵੀ ਹੋਏ, ਥ੍ਰੈਟਨ ਵੀ ਕੀਤਾ ਗਿਆ। ਜਦੋਂ ਮੈਂ ਦੁਬਾਰਾ ਇੰਟਰਵਿਊ ਦਿੱਤਾ ਮੈਨੂੰ ਫਿਰ ਥ੍ਰੈਟਨ ਕੀਤਾ ਗਿਆ, ਮੇਰੇ ਕੰਮ 'ਚ ਪ੍ਰੋਬਲਮ ਆਈ। ਬਟ 6 ਮੰਥ ਉਹ ਮੈਂ ਆਪਣੇ ਆਪ ਨਾਲ ਲੜ ਲਈ, ਬਟ ਉਹ ਮੈਂ ਕਿਸੇ ਨੂੰ ਸ਼ੋਅ ਨਹੀਂ ਕੀਤਾ। ਉਹ ਚੀਜ਼ਾਂ ਨੂੰ ਲੈ ਕੇ ਅਗਰ ਮੈਂ ਉੱਦਾਂ ਦੀ ਬਣਦੀ ਹਾਂ ਹੈ ਨਾ, ਉਹ ਆਪਣੇ ਆਪ ਲੋਕਾਂ ਤੱਕ, ਉਹ ਲੋਕਾਂ ਨੂੰ ਰਿਐਲਿਟੀ, ਅੱਜ ਦੇ ਲੋਕ ਉਹ ਇਮੈਜਿਨਰੀ ਚੀਜ਼ਾਂ ਨਾਲ ਖੁਸ਼ ਨਹੀਂ ਹੁੰਦੇ। ਅੱਗੇ ਲੋਕਾਂ ਨੂੰ ਬਾਲਾਂ ਵਾਲਾ ਭੂਤ ਦਿਖਾ ਦਿੰਦੇ ਸੀ, ਲੋਕ ਡਰ ਜਾਂਦੇ ਸੀ। ਲਾਈਕ ਅੱਜ ਦੇ ਟਾਈਮ ਲੋਕ ਰਿਐਲਿਟੀ ਦੇਖਣਾ ਚਾਹੁੰਦੇ ਨੇ ਹੈ ਨਾ। ਸੋ ਰਿਐਲਿਟੀ ਕਿਤੇ ਨਾ ਕਿਤੇ ਇੱਕ ਨਾ ਇੱਕ ਦਿਨ ਕੈਪਚਰ ਹੋ ਹੀ ਜਾਂਦੀ ਹੈ। ਸੋ ਮੇਰੀ ਇਮੇਜ ਉਹ ਜਿਹੀ ਬਣ ਗਈ, ਮੈਂ ਜ਼ਿਆਦਾ ਇੰਟਰੋਵਰਟ ਰਹਿਣੀ ਹੈ, ਮੈਂ ਕਦੇ ਪਬਲਿਕਲੀ ਨਹੀਂ ਜਾਂਦੀ, ਜਾਂ ਕਹਿ ਲਓ ਕਿ ਮੈਂ ਜ਼ਿਆਦਾ ਇੰਟਰਵਿਊਜ਼ 'ਤੇ ਨਹੀਂ ਜਾਂਦੀ। ਅਗਰ ਮੈਨੂੰ ਕੋਈ ਸਾਹਮਣੇ ਇਨਵਾਈਟ ਕਰਦਾ ਤਾਂ ਮੋਸਟ ਵੈਲਕਮ। ਦੈਟਸ ਵਾਈ ਮੈਂ ਪੇਡ ਪ੍ਰਮੋਸ਼ਨ ਜਾਂ ਪੇਡ ਇੰਟਰਵਿਊਜ਼ ਜਾਂ ਪੇਡ ਆਰਟੀਕਲਸ ਦੇ ਵਿੱਚ ਬਿਲੀਵ ਨਹੀਂ ਕਰਦੀ। ਕਿਸੇ ਦਿਨ ਜੇ ਮੇਰੀ ਗਲਤੀ ਵੀ ਹੋਊਗੀ, ਅਗਰ ਉਹ ਵੀ ਛਾਪਦੇ ਨੇ, ਉਹਦੇ ਲਈ ਵੀ ਆਲਵੇਜ਼ ਮੋਸਟ ਵੈਲਕਮ। ਕਿ ਮੈਂ ਕੁਝ ਗਲਤੀ ਕੀਤੀ ਹੋਊਗੀ ਤਾਂ ਉਹ ਵੀ ਛਪ ਰਹੀ ਹੈ, ਲੇਕਿਨ ਮੈਂ ਕਦੇ ਵੀ ਕਿਸੇ ਵੀ ਪਬਲਿਸਿਟੀ ਵਾਸਤੇ ਮੈਂ ਕਦੇ ਨਹੀਂ ਕਿਹਾ ਕਿ ਛਾਪੋ, ਕਿਉਂਕਿ ਤੁਹਾਨੂੰ ਅੰਦਰੋਂ ਸੈਟਿਸਫੈਕਸ਼ਨ ਨਹੀਂ ਆਉਂਦੀ। ਮੈਂ ਓਬਵੀਅਸਲੀ ਮੈਂ ਤੁਹਾਨੂੰ ਮਿਲ ਰਹੀ ਹਾਂ, ਤੁਹਾਨੂੰ ਪਤਾ ਹੋਊਗਾ ਮੈਂ ਕਿੰਨਾ ਕੁ ਤੁਹਾਨੂੰ ਕਿਹਾ ਕਿ ਮੇਰੇ ਲਈ ਪੇਡ ਤੁਸੀਂ ਛਾਪੋ, ਠੀਕ ਹੈ। ਕੱਲ ਨੂੰ ਮੈਂ ਮੀਡੀਆ ਨੂੰ ਫੇਸ ਕਰਦੀ ਹਾਂ, ਮੀਡੀਆ ਨੂੰ ਤਾਂ ਪਤਾ ਹੋਗਾ ਨਾ ਕਿ ਇਹ ਪੈਸੇ ਦੇ ਕੇ ਆਪਣੀ ਲਗਵਾ ਰਹੀ ਹੈ, ਤਾਂ ਤੁਸੀਂ ਮੈਨੂੰ ਜਦੋਂ ਮਿਲੋਗੇ ਤੁਹਾਡੇ ਮਾਈਂਡ 'ਚ ਉਹ ਇਮੇਜ ਬਣੀ ਹੋਗੀ ਕਿ ਇਹ ਫੇਕ ਪਰਸਨੈਲਿਟੀ ਹੈ। ਹਾਂ, ਮੈਂ ਉਹ ਫੇਸ ਕਰਨ 'ਚ ਮੈਨੂੰ ਦਿੱਕਤ ਹੋਊਗੀ, ਮੈਂ ਕਿਸੇ ਮੀਡੀਆ ਪਰਸਨ ਨੂੰ ਫੇਸ ਨਹੀਂ ਕਰ ਪਾਉਂਗੀ। But yes, that's true. We haven't seen you in a lot of interviews, though you're a very popular face. So ਹੁਣ ਹਿਮਾਂਸ਼ੀ ਹਾਈ ਸਟੈਂਡਰਡ ਆ ਗਿਆ, next step ਕੀ ਹੈਗਾ ਤੁਹਾਡਾ? Are you going to release another track? ਇੱਦਾਂ ਆ ਕਿ ਮੈਨੂੰ ਕਾਫੀਆਂ ਨੇ ਕਿਹਾ ਕਿ ਤੁਸੀਂ 1-2 ਗਾਣੇ ਬਣਾ ਕੇ ਰੱਖੋ, ਬਟ ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦੀ ਸੀ ਕਿ ਕਿਸ ਹਿਸਾਬ ਨਾਲ ਮੈਨੂੰ ਅੱਗੇ ਕੰਮ ਕਰਨਾ ਚਾਹੀਦਾ। ਜਿਹੜਾ ਇਹ ਗਾਣਾ ਮੇਰੇ ਤੋਂ ਉਨੀ ਕੁ ਜ਼ਿਆਦਾ ਸੈਟਿਸਫਾਈ ਨਹੀਂ ਹੈਗੇ, ਬਿਕਾਜ਼ ਵੈਦਰ ਇੰਨਾ ਕੁ ਜ਼ਿਆਦਾ ਖਰਾਬ ਸੀਗਾ। ਮੈਂ ਚਾਹੁੰਦੀ ਤਾਂ ਐਜ਼ ਅ ਮਾਡਲ ਮੈਂ ਵੀਡੀਓ ਪੱਖੋਂ ਦੇਖਦੀ ਹਾਂ, ਕਿਉਂਕਿ ਮੈਂ ਤੁਹਾਨੂੰ ਸਾਰੀ ਪ੍ਰੋਬਲਮਸ ਦੱਸੀਆਂ ਕਿ ਆਹ ਪ੍ਰੋਬਲਮਸ ਆਈਆਂ। ਮੈਂ ਚਾਹੁੰਦੀ ਮੈਨੂੰ ਹੋਰ ਜ਼ਿਆਦਾ ਹੱਲਾਸ਼ੇਰੀ ਮਿਲਦੀ, ਜਾਂ ਜਦੋਂ ਇੱਕ ਇਕੱਲੀ ਕੁੜੀ ਸਭ ਨੂੰ ਫੋਨ ਕਰ ਰਹੀ ਹੈ, ਸਭ ਨੂੰ ਕਹਿ ਰਹੀ ਆ ਆਹ ਕਰਨਾ ਸਭ ਦਾ ਟਾਈਮ ਇਕੱਠਾ ਕਰਨਾ, ਕਦੇ ਕੋਈ ਅਵੇਲੇਬਲ ਨਹੀਂ ਸੀ ਹੁੰਦਾ, ਕਦੇ ਕੋਈ। ਈਵਨ ਮੇਰੀ ਸਰਜਰੀ ਹੋਈ, ਸਰਜਰੀ ਦੇ ਵਿੱਚ ਮੈਂ ਮਈ ਦੇ ਵਿੱਚ ਮੇਰੀ ਸਰਜਰੀ ਹੋਈ ਸੀ, ਮੇਰੇ ਸਿਸਟ ਬਣ ਜਾਂਦੇ, ਮੈਨੂੰ ਹੈਲਥ ਪ੍ਰੋਬਲਮਸ ਹੈਗੀਆਂ ਨੇ ਹੈ ਨਾ, ਅਤੇ ਸਰਜਰੀ ਹੋਈ ਮੇਰੀ 10 ਮਈ ਨੂੰ ਮੇਰੀ ਸਰਜਰੀ ਹੋਈ। ਮੈਨੂੰ ਕਿਸੇ ਨੇ ਬੋਲਿਆ ਕਿ ਆਪਾਂ ਗਾਣਾ ਡਬ ਕਰਨਾ ਹੈ। ਮੈਂ 12 ਮਈ ਨੂੰ ਬੈੱਡ ਰੈਸਟ 'ਤੇ ਸੀਗੀ, ਇੱਕ ਦਿਨ ਪਹਿਲੇ ਈਵਨਿੰਗ 'ਚ ਮੇਰੀ ਸਰਜਰੀ ਹੋਈ ਆ, ਅਤੇ ਮੈਂ ਨੈਕਸਟ ਡੇ ਉਹਦੇ ਸਟੂਡੀਓ 'ਚ ਪਹੁੰਚੀ ਹੋਈ ਸੀ ਗੱਡੀ 'ਚ ਲੇਟ ਕੇ। ਮੈਂ ਸਿਰਫ ਇੰਨਾ ਕਰ ਸਕਦੀ ਕਿ ਮੈਂ ਡੈਡੀਕੇਸ਼ਨ ਦਿਖਾ ਸਕਦੀ। ਰੱਬ ਨੇ ਸ਼ਾਇਦ ਮੇਰੀ ਉਹੀ ਡੈਡੀਕੇਸ਼ਨ ਦੇਖੀ ਆ। ਮੇਰਾ ਜਿਹੜਾ ਗਾਣਾ ਸ਼ੂਟ ਹੋਇਆ ਉਹ ਵੀ -51 ਦੇ ਵਿੱਚ ਹੋਇਆ। ਕੈਨੇਡਾ ਦੇ ਸਭ ਤੋਂ ਕੋਲਡੈਸਟ 2 ਦਿਨ ਸੀਗੇ। ਰੱਬ ਇਮਤਿਹਾਨ ਲੈ ਰਿਹਾ ਕਿ ਇਹਨਾਂ ਦੋਨਾਂ ਕੋਲਡੈਸਟ ਡੇ 'ਚ ਹੀ ਕਰਨਾ। ਮੈਨੂੰ ਲੋ BP ਦੀ ਪ੍ਰੋਬਲਮ ਹੈ, ਪਤਾ ਨਹੀਂ ਮੇਰੇ ਅੰਦਰ ਵਿਲ ਪਾਵਰ ਇੰਨੀ ਜ਼ਿਆਦਾ ਆ ਗਈ ਕਿ ਮੈਂ ਕਿਹਾ ਕਿ ਨਹੀਂ ਕਰਨਾ ਹੀ ਕਰਨਾ ਤਾਂ ਅੱਜ ਹੀ ਕਰਨਾ। ਤਾਂ ਉਸ ਵੇਲੇ ਤਾਂ ਇੱਦਾਂ ਸੀਗਾ ਕਿ ਇੱਕ ਡਾਇਰੈਕਟਰ 3 ਗਲਵਜ਼ ਉਤਾਰ ਕੇ ਕੈਮਰਾ ਆਫ ਕਰ ਰਿਹਾ, ਔਰ ਮੈਂ ਵਿਦਆਊਟ ਗਲਵਜ਼, ਔਰ ਉਤੋਂ ਇੱਕ ਸ਼ਾਟ ਦੇਣ ਤੋਂ ਬਾਅਦ ਮੈਨੂੰ 1.5 ਘੰਟਾ ਲੱਗ। ਸਟੈਂਡ ਅਪ ਲਾਈਕ ਮੈਨੂੰ ਬਹੁਤ ਜਾਣਿਆਂ ਨੇ ਕਿਹਾ ਕਿ ਤੁਸੀਂ ਹੁਣੀ ਰੀਸੈਂਟਲੀ ਇੱਕ ਰੇਪ ਇਨਸੀਡੈਂਟ ਹੋਇਆ। ਮੈਂ ਜਦੋਂ ਬੋਲਦੀ ਹਾਂ, ਹੁਣ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋਵੋਗੇ, ਮੈਂ ਇੰਨੀ ਸਟ੍ਰੇਟ ਫਾਰਵਰਡ ਹੈਗੀ ਕਿ ਮੈਂ ਆਪਣੇ ਅੰਦਰ ਕੁਝ ਰੱਖ ਨਹੀਂ ਸਕਦੀ। ਦੈਟਸ ਵਾਈ ਮੈਂ ਇੰਟਰੋਵਰਟ ਰਹਿਣੀ ਕਿ ਮੇਰੇ ਮੂੰਹ 'ਚੋਂ ਕੁਝ ਐਸਾ ਨਾ ਨਿਕਲ ਜਾਏ ਕਿ ਕੋਈ ਬੰਦਾ ਹਰਟ ਹੋ ਜਾਵੇ। ਬਟ ਜਦੋਂ ਮੈਂ ਆਪਣੀ ਗੱਲ ਕਨਵੇ ਕਰਨੀ ਆ, ਮੈਂ ਐਸੇ ਪਲੇਟਫਾਰਮ 'ਤੇ ਕਰਾਂ, ਇੱਕੋ ਵਾਰ ਕਰਾਂ, ਮੈਂ ਬਾਰ-ਬਾਰ ਕਰੂੰਗੀ, ਕੱਲ੍ਹ ਲੋਕ ਕਹਿ ਦੇਣਗੇ ਕਿ ਪਤਾ ਨਹੀਂ ਇਹ ਪਾਗਲ ਹੈ, ਬੋਲੀ ਜਾ ਰਹੀ ਹੈ। ਸੋ ਮੈਂ ਕਿਸੇ ਚੀਜ਼ ਨੂੰ ਲੈ ਕੇ ਅਗਰ ਸੋਸ਼ਲ ਮੀਡੀਆ 'ਤੇ ਬੋਲ ਰਹੀ ਹਾਂ, ਸੋਸ਼ਲ ਮੀਡੀਆ 'ਤੇ ਇੱਕ ਪੁਆਇੰਟ 'ਤੇ ਆ ਕੇ ਤੁਸੀਂ ਜਦੋਂ ਐਜ਼ ਅ ਆਰਟਿਸਟ ਆਪਣਾ ਫੇਸ ਬਣਾ ਚੁੱਕੇ ਹੋ, ਲੋਕ ਤੁਹਾਡੇ ਤੋਂ ਕੁਝ ਰਿਐਲਿਟੀ ਸੁਣਨਾ ਚਾਹੁੰਦੇ ਨੇ, ਤੁਹਾਡੀ ਇਨਰ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਨੇ ਕਿ ਇਹ ਅਸਲੀਅਤ ਦੇ ਵਿੱਚ। ਸੋਸ਼ਲ ਮੀਡੀਆ 'ਤੇ ਫੋਲੋ ਹੀ ਤਾਂ ਕਰਦੇ ਨੇ ਕਿ ਅਸਲ 'ਚ ਆਰਟਿਸਟ ਹੈਗਾ ਕਿੱਦਾਂ ਦਾ। ਅਤੇ ਮੈਂ ਆਪਣੇ ਪੇਜ ਨੂੰ ਇੱਕ ਆਪਣਾ ਜ਼ਰੀਆ ਸਮਝਦੀ ਹਾਂ। ਅਗਰ ਮੈਂ ਕੋਈ ਬੋਲਡ ਸਟੇਟਮੈਂਟ ਦਿੰਦੀ ਹਾਂ ਜਾਂ ਮੈਂ ਕੁਝ ਬੋਲਦੀ ਹਾਂ, ਮੈਂ ਜੋ ਫੀਲ ਕਰਦੀ ਹਾਂ ਉਹ ਮੈਂ ਆਪਣੇ ਸੋਸ਼ਲ ਮੀਡੀਆ 'ਤੇ ਕਰ। ਬਟ ਜਿਹੜਾ ਹੁਣ ਇੰਸੀਡੈਂਟ ਹੋਇਆ, ਮੈਂ ਉਹਦੇ ਬਾਰੇ ਕੁਝ ਸ਼ੇਅਰ ਨਹੀਂ ਕੀਤਾ, ਬਿਕਾਜ਼ ਮੈਂ ਅੰਦਰੋਂ ਹੀ ਇੰਨਾ ਕੁ ਜ਼ਿਆਦਾ ਫੀਲ ਨਹੀਂ ਸੀ ਕਰ ਪਾ ਰਹੀ ਕਿ ਵਟ ਸ਼ੁਡ ਆਈ ਸੇ ਨਾਓ। ਸਰਕਾਰਾਂ 'ਤੇ ਜਾਂ ਕਿਸੇ ਚੀਜ਼ ਦੇ ਉੱਤੇ ਅਸਰ ਪੈ ਨਹੀਂ ਰਿਹਾ। ਮੈਂ ਉਸ ਚੀਜ਼ ਨੂੰ ਸ਼ੇਅਰ ਕਰੂੰਗੀ, ਉਹਦੇ ਨਾਲ ਕੁਝ ਨਹੀਂ ਹੋ ਜਾਣਾ। ਓਬਵੀਅਸਲੀ ਉਹਦੇ ਨਾਲ ਕੀ ਫਰਕ ਪੈ ਜਾਊਗਾ। But you could be a voice, right? ਆਈ ਕੈਨ, ਬਹੁਤ ਸਾਰੇ ਜਾਣੇ ਵੌਇਸ ਹੋ ਰਹੇ ਨੇ, ਬਟ ਹੁਣ ਤੱਕ ਕੀ ਬਣਿਆ? ਆਈ ਡੋਂਟ ਥਿੰਕ ਸੋ ਹਾਲੇ ਤੱਕ ਕੋਈ ਸਟੈਪ ਚੱਕਿਆ ਗਿਆ। ਲਾਈਕ ਅਗਰ ਆਪਾਂ 16 ਦਸੰਬਰ ਰੇਪ ਕਾਂਡ ਆਪਣਾ ਇੰਸੀਡੈਂਟ ਦੇਖਿਆ ਜਾਵੇ, ਜਿਹੜਾ ਉਹ ਹੈ ਉਹਨਾਂ ਨੂੰ ਹਲੇ ਤੱਕ ਉਹਨਾਂ ਦੇ ਕਲਪ੍ਰਿਟਸ ਨੂੰ ਪ੍ਰੋਪਰ ਰਾਈਟ ਦਿੱਤੇ ਜਾ ਰਹੇ ਨੇ, ਸਾਰਾ ਕੁਝ ਕੀਤਾ ਜਾ ਰਿਹਾ। ਦੈਟਸ ਵਾਈ ਉਹਨਾਂ ਨੂੰ ਇਹ ਲੱਗ ਰਿਹਾ ਕਿ ਬਈ ਉਹ ਤਾਂ ਬੈਠੇ ਨੇ। ਰਾਈਟ।
ਸੋ ਬੇਸਿਕਲੀ ਯੂ ਆਰ ਸੇਇੰਗ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਤੇ ਅਸੀਂ ਕੀ ਕਰ ਸਕਦੇ? ਲਾਈਕ ਮੈਨੂੰ ਮੈਂ ਆਬਵੀਅਸਲੀ ਮੈਂ ਇੱਕ ਇਮੋਸ਼ਨਲ ਪਰਸਨ ਆ, ਮੈਨੂੰ ਇਦਾਂ ਲੱਗਦਾ ਕਿ ਮੈਂ ਕੀ ਬੋਲਾਂ ਹੁਣ। ਇੱਕ ਬੰਦਾ ਇੱਕ ਪੁਆਇੰਟ ਤੇ ਆ ਕੇ ਸਪੀਚਲੈਸ ਹੋ ਜਾਂਦਾ ਨਾ। ਇੱਕ ਬੱਚਾ ਹੈ ਜਿਹੜਾ ਸੇਫ ਨਹੀਂ ਹੈ। ਮੈਂ ਆਪਣੇ ਆਪ ਨੂੰ ਇੱਕ 26 ਇਅਰਸ ਦੀ ਇੱਕ ਅਡਲਟ ਕੁੜੀ ਆ, ਮੈਂ ਆਪਣੇ ਆਪ ਨੂੰ ਸੇਫ ਫੀਲ ਨਹੀਂ ਕਰਦੀ। ਯੂ ਵੋਂਟ ਬਿਲੀਵ ਮੈਂ 24/7 ਇੱਕ ਨਾ ਇੱਕ ਪਰਸਨ ਮੇਰੇ ਨਾਲ ਹੁੰਦਾ, ਮੈਂ ਸੇਫ ਨਹੀਂ ਫੀਲ ਕਰਦੀ, ਬਿਲਕੁਲ ਵੀ ਨਹੀਂ ਕਰਦੀ। ਕਿਉਂ ਨਹੀਂ ਕਰਦੀ ਹੈਗੀ? ਮੇਰਾ ਜਿਹੜਾ ਪ੍ਰੋਫੈਸ਼ਨ ਹੈ ਇੱਕ ਤੋਂ ਜ਼ਿਆਦਾ ਸੇਫ ਪ੍ਰੋਫੈਸ਼ਨ, ਲੋਕਾਂ ਨੂੰ ਸ਼ਾਇਦ ਗਲਤਫਹਿਮੀ ਹੋਗੀ, ਇਸ ਤੋਂ ਜ਼ਿਆਦਾ ਸੇਫ ਪ੍ਰੋਫੈਸ਼ਨ ਕੋਈ ਨਹੀਂ ਹੋ ਸਕਦਾ ਕਿਉਂਕਿ ਇਹ 'ਚ ਮੀਡੀਆ ਇਨਵੋਲਵ ਹੁੰਦਾ। ਇੱਕ ਬੰਦਾ ਗਲਤ ਹੋ ਸਕਦਾ, ਸਾਰੇ ਨਹੀਂ ਗਲਤ। ਜਿੰਨੀ ਕੁੜੀ ਸੇਫ ਇਸ ਲਾਈਨ ਦੇ ਵਿੱਚ ਹੈ ਨਾ, ਜਦ ਤੱਕ ਕੁੜੀ ਦੀ ਮਰਜ਼ੀ ਨਹੀਂ ਹੈਗੀ ਉਦ ਤੱਕ ਕੁਝ ਨਹੀਂ ਹੋ ਸਕਦਾ। Oh, that's a very bold statement you're making. Okay. Yes. ਜਦ ਤੱਕ ਕੁੜੀ ਕੋਈ ਮਤਲਬ ਮੈਂ ਅਗਰ ਨਹੀਂ ਚਾਹੂੰਗੀ ਨਾ, ਮੇਰੇ ਨਾਲ ਕੋਈ ਕੁਝ ਨਹੀਂ ਕਰ ਸਕਦਾ। ਆਲਦੋ ਸਿਰਫ ਜਿਹੜੇ ਕਾਮਨ ਪਰਸਨ ਹੈ ਉਹ ਸੇਫ ਨਹੀਂ ਹੈ। ਹਾਈ ਟੌਪ ਨੌਚ ਪੀਪਲ ਹੈ ਉਹ ਵੀ ਸੇਫ ਨੇ ਕਿਉਂਕਿ ਉਹਨਾਂ ਕੋਲੇ 24/7 ਸਿਕਿਉਰਿਟੀਜ਼ ਹੈ, ਜੈਕ ਨੇ, ਮਨੀ ਪਾਵਰ ਹੈਗੀ ਆ। ਇੱਕ ਕਾਮਨ ਬੱਚਾ ਸੇਫ ਨਹੀਂ ਹੈਗਾ, ਤਾਂ ਉਹਦੇ ਵਾਸਤੇ ਸਰਕਾਰ ਨੂੰ ਜਾਂ ਲੋਕਾਂ ਨੂੰ ਜਾਂ ਹਰ ਕਿਸੇ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਖੁਦ ਹੀ ਪ੍ਰੀਪੇਅਰ ਰਹਿਣਾ ਪੈਣਾ, ਆਪ ਹੀ ਉਹ ਕਰਨਾ ਪੈਣਾ। 0.1% ਕਿਤੇ ਕੁਝ ਹੋ ਸਕਦਾ ਹੈ, ਮੈਂ ਇੰਡੀਵਿਜੂਅਲੀ ਕੀ ਕਰ ਸਕਦੀ ਹਾਂ? ਲਾਈਕ ਮੈਂ ਵੌਇਸ ਬਣ ਸਕਦੀ ਹਾਂ। ਮੈਂ ਆਪਣੇ ਆਪ ਨੂੰ, ਮੈਂ ਆਪਣੇ ਆਲੇ ਦੁਆਲੇ ਦੀ, ਈਵਨ ਮੇਰੀ ਮੈਨੇਜਰ ਹੈ, ਮੈਂ ਉਹਨੂੰ ਇਕੱਲੇ ਕਿਤੇ ਨਹੀਂ ਜਾਣ ਦਿੰਦੀ। ਮੇਰੀ ਰਿਸਪੌਂਸਿਬਿਲਿਟੀ ਇਹ ਬਣਦੀ ਹੈ ਕਿ ਉਹ ਵੀ ਇੱਕ ਕੁੜੀ ਆ, ਹੈ ਨਾ। ਸੋ ਜਿਹੜਾ ਬੰਦਾ ਜਿਸ ਰੀਜਨ ਨੂੰ ਬਿਲੋਂਗ ਕਰਦਾ, ਉੱਥੇ ਸਾਰੇ ਜਾਣੇ ਇੰਨੇ ਕੁ ਜ਼ਿਆਦਾ ਅਲਰਟ ਹੋ ਜਾਣ, ਸਾਰਾ ਕੁਝ ਹੋ ਜਾਵੇ। ਲੇਕਿਨ ਅਗਰ ਕਈ ਸਟੇਟਮੈਂਟ ਦੀ ਗੱਲ ਆਉਂਦੀ ਹੈ, ਸਮ ਟਾਈਮ ਆਰਟਿਸਟ ਵੀ ਫੀਲ ਕਰਦਾ ਯਾਰ ਮੈਂ ਕੀ ਬੋਲਾਂ ਜਾਂ ਮੈਂ ਕੀ ਕਹਾਂ। ਇਸ ਤੋਂ ਅੱਗੇ ਬੰਦੇ ਦੇ ਸ਼ਬਦ ਹੀ ਖਤਮ ਹੋ ਜਾਂਦੇ ਆ ਕਿਉਂਕਿ ਇੱਕ ਹਫਤੇ ਦੇ ਵਿੱਚ, ਇੱਕ ਮਹੀਨੇ ਦੇ ਵਿੱਚ ਤੁਸੀਂ 10 ਬੱਚੀਆਂ ਦੇ ਨਾਲ ਰੇਪ ਵਾਲੀ ਸਟੇਟਮੈਂਟਸ ਪੋਸਟ ਕਰ ਰਹੇ ਹੋ। 4 months 3 months 2 months ਤੇ ਤੁਸੀਂ ਬੋਲਦੇ ਹੋ ਕਿ ਯਾਰ ਕੁਝ ਚੇਂਜ ਤਾਂ ਹੋ ਨਹੀਂ ਰਿਹਾ, ਸਟਿਲ ਅਗੇਨ ਐਂਡ ਅਗੇਨ ਸਾਰਾ ਕੁਝ ਸੇਮ ਹੀ ਹੋਈ ਜਾ ਰਿਹਾ। Right. So on that note, Himanshi, thank you for giving us your time, and we'll wind up the interview with this. Next time I hope कि ਹੋਰ ਵੀ ਬਹੁਤ ਸਾਰੀ ਸਾਡੀ ਨਾ ਇੰਟੈਲੈਕਚੁਅਲ ਗੱਲਾਂ ਬਾਤਾਂ ਹੁਣ ਬਹੁਤ ਇੰਟਰਸਟਿੰਗ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਨਾ। ਫਾਈਨਲੀ ਹਾਈ ਸਟੈਂਡਰਡ ਦੀਆਂ ਕੁਝ ਲਾਈਨਾਂ ਸਾਡੇ ਆਡੀਅנס ਨੂੰ। ਦਿਲ ਅਰੇ ਗਰੇ ਤੇ ਹਰ ਦਿਨਾ ਮਾੜੀ ਗੱਲ ਕਿਸੇ ਦੀ ਜਰਦੀ ਨਾ, ਉਮਰਾਂ ਦੇ ਮੈਂ ਵਾਦੇ ਕਰਨੇ ਟਾਈਮ ਪਾਸ ਮੈਂ ਕਰਦੀ ਨਾ, ਰਹਿ ਵੰਜਰਾ ਇੱਕ ਦਿਲ ਵਿੱਚ ਤੂੰ ਸੌ ਚੱਕਦੇ ਆ। ਕੈਂਟ